ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਇਹ ਭਾਗਾਂ ਵਾਲਾ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਮੇਰੀ ਸੱਚੀ ਸਰਕਾਰ ਸਾਹੇ ਸਹਿਨਸ਼ਾਹ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 9 ਦਿਨ ਕੌਤਕ ਵਰਤਾਏ, ਅਲਾਹੀ ਬਖਸ਼ਿਸ਼ਾਂ ਬਖਸ਼ਿਸ਼ ਕੀਤੀਆਂ। ਆਪਣਾ ਮਿਸ਼ਨ, ਆਪਣੇ ਬੀਜ ਮੰਤਰ, ਆਪਣੇ ਸੂਤਰ ਮਾਂ ਦੇਸਾਂ ਦੀ ਝੋਲੀ ਪਾਏ, ਜਿੱਥੋਂ ਅੱਜ ਮਾਂ ਦੇਸਾਂ ਦੇ ਹੁਕਮਾਂ ਸਦਕਾ ਜੋ ਜੋ ਸਾਨੂੰ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ, ਚਿੰਤਨ ਕਰਦਿਆਂ, ਮਨਨ ਕਰਦਿਆਂ ਮਿਲੇ ਨੇ, ਉਹਨਾਂ ਸੂਤਰਾਂ ਦੀ ਸਾਂਝ ਆਪਾਂ ਰੋਜ਼ਾਨਾ ਪਾਉਣੇ ਆ। ਮਾਤਾ ਜੀ ਵੱਲੋਂ ਜੋ ਹੁਕਮ ਹੋਇਆ ਹੈ ਕਿ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਤੁਸੀਂ ਵੀ ਸੇਵਾ ਕਰੋ, ਆਪਣਾ ਹਿੱਸਾ ਪਾਓ ਪ੍ਰਚਾਰ ਵਿੱਚ, ਪ੍ਰਸਾਰ ਵਿੱਚ। ਜੋ ਤੁਸੀਂ ਜਾਣਿਆ ਉਹ ਸੰਗਤਾਂ ਦੇ ਚਰਨਾਂ 'ਚ ਰੱਖੋ, ਤਾਂ ਕਿ ਜਿਹੜੇ ਜਗਿਆਸੂ ਨੇ, ਜਿਹੜੇ ਭਾਲਦੇ ਫਿਰਦੇ ਨੇ, ਜਿਨ੍ਹਾਂ ਨੂੰ ਲੋੜ ਹੈ ਸਹਿਜ ਦੀ, ਆਤਮਿਕ ਅਡੋਲਤਾ ਦੀ, ਸ਼ਾਂਤੀ ਦੀ, ਸਕੂਨ ਦੀ, ਉਹਨਾਂ ਸੂਤਰਾਂ ਦਾ ਚਿੰਤਨ ਮਨਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਆਤਮਿਕ ਅਡੋਲਤਾ ਦੀ ਅਵਸਥਾ ਨੂੰ ਪਹੁੰਚ ਸਕਣ, ਦਰਸ਼ਨ ਦਿਦਾਰੇ ਕਰ ਸਕਣ ਕਲਗੀਆਂ ਵਾਲੇ ਪਾਤਸ਼ਾਹ ਦੇ ਅਲਾਹੀ ਨੂਰ ਦੇ, ਜਿਸ ਨੂਰ ਦਾ ਛਿੱਟਾ ਦੇਣ ਲਈ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ 4 ਉਦਾਸੀਆਂ 'ਤੇ ਗਏ। ਉਹ ਕਿਹੜਾ ਨੂਰ ਹੈ, ਕਿਵੇਂ ਵਰਤਾਇਆ, ਜਿਹਦੀ ਸਾਂਝ ਆਪਾਂ ਰੋਜ਼ਾਨਾ ਹੌਲੇ ਹੌਲੇ ਪਾਉਣੇ ਆ ਉਹਨਾਂ ਸੂਤਰਾਂ ਦੀ, ਤਾਂ ਕਿ ਸਾਡਾ ਸੁਣਨ ਦਾ ਮਾਦਾ ਵੀ ਬਣੇ। ਜੋ ਗੁਰੂ ਸਾਨੂੰ ਏਕੇ ਦੀ ਗੱਲ ਦੇ ਕੇ ਗਏ ਨੇ ਕਿ ਇੱਕੋ ਦਾ ਹੀ ਪਸਾਰਾ ਹੈ, ਸਾਂਝੀ ਵਾਲਤਾ ਨਾਲ ਕਿਵੇਂ ਰਹਿਣਾ ਹੈ, ਸਾਰੇ ਜੀਆਂ ਨੂੰ ਕਿਵੇਂ ਇੱਕ ਮੰਨਣਾ, ਜਾਤ ਦੇ ਗਰਭ ਤੋਂ ਦੂਰ ਰਹਿਣਾ, ਇਹਨੂੰ ਜ਼ਿੰਦਗੀ 'ਚ ਵਸਾਉਂਦਿਆਂ ਹੋਇਆਂ ਫਿਰ ਸਮਝ ਪੈਂਦੀ ਹੈ ਸਤਿਗੁਰਾਂ ਦੇ ਦਿੱਤੇ ਅੰਮ੍ਰਿਤ ਦੀ। ਸੁੱਧ ਹਿਰਦੇ 'ਚ ਹੀ ਅੰਮ੍ਰਿਤ ਟਿਕਦਾ, ਜਿੱਥੇ ਹਉਮੈ ਹੈ ਉੱਥੇ ਨਹੀਂ ਟਿਕਦਾ। ਆਓ ਗੁਰੂ ਰਾਮਦਾਸ ਅੱਗੇ ਅਰਦਾਸ ਕਰੀਏ ਕਿ ਪਾਤਸ਼ਾਹ ਜੋ ਤੁਸੀਂ ਬਖਸ਼ਿਸ਼ ਕਰਦੇ ਹੋ ਅਸੀਂ ਉਹਨੂੰ ਸਮਝ ਕੇ, ਵਿਚਾਰ ਕੇ, ਚਿੰਤਨ ਮਨਨ ਕਰਕੇ ਆਪਣੇ 'ਤੇ ਲਾਗੂ ਵੀ ਕਰ ਸਕੀਏ। ਕਿਰਪਾ ਕਰਨ ਸਤਿਗੁਰੂ। ਅੱਜ ਦਾ ਜੋ ਮੁੱਖ ਵਾਕ ਹੈ, ਸੋਰਠ ਮਹੱਲਾ 5ਵਾਂ, ਘਰ ਪਹਿਲਾ ਤੇ ਤੁਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਸ ਹੋਂ ਜਾਚੀ ਕਿਸ ਅਰਾਧੀ, ਜਾ ਸਭ ਕੋ ਕੀਤਾ ਹੋਸੀ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਸਤਿਗੁਰੂ ਆਪਣੀ ਸੰਗਤ ਦੇ, ਆਪਣੀ ਉਮਤ ਦੇ ਝੋਲੀ ਇੱਕ ਸੂਤਰ ਪਾ ਰਹੇ ਹਨ ਕਿ ਕਿਹਦੀ ਜਾਂਚ ਨਾ ਕਰੀਏ। ਕਿਸ ਹੋਂ ਜਾਚੀ, ਮੈਂ ਕਿਹਨੂੰ ਜਾਚਾਂ, ਕਿਸ ਅਰਾਧੀ, ਕਿਹਦੀ ਅਰਾਧਨਾ ਕਰਾਂ, ਜਾਂ ਸਭ ਕੋ ਕੀਤਾ ਹੋਸੀ। ਜਾਂ ਹੈ ਹੀ ਸਭ ਕੁਛ ਤੂੰ ਆਪ ਹੀ ਹੈ, ਇੱਕ ਓਂਕਾਰ ਹੀ ਹੈ, ਪਰਵਦਗਾਰ ਕਾਲ ਪੁਰਖ ਤੂੰ ਆਪ ਹੀ ਹੈ, ਮੈਂ ਕਿੱਥੋਂ ਸ਼ੁਰੂ ਕਰਾਂ। ਹਰ ਪਾਸੇ ਤੂੰ ਆ, ਹਰ ਇੱਕ ਦੇ ਵਿੱਚ ਤੂੰ ਆ, ਹਰ ਇੱਕ ਗੱਲ 'ਚ ਤੂੰ ਆ, ਮੈਂ ਕਿਸ ਤਰ੍ਹਾਂ ਜਾਣਾ, ਆਪਣੀ ਇੱਕ ਮਿਕਤਾ ਕਿਵੇਂ ਜ਼ਾਹਰ ਕਰਾਂ, ਕਿਵੇਂ ਆਪਣੇ ਅੰਦਰੋਂ ਪਹਿਚਾਣਾ। ਕਿਉਂਕਿ ਮੈਨੂੰ ਸਮਝ ਆਈ ਆ ਗੁਰੂ ਨਾਨਕ ਦੇ ਲੜ ਲੱਗ ਕੇ ਕਿ ਇੱਥੇ ਜਿੰਨਾ ਵੀ ਪਸਾਰਾ ਉਸ ਇੱਕ ਦਾ ਹੀ ਆ, ਅਤੇ ਕਿਰਪਾ ਵੀ ਉਹ ਆਪ ਹੀ ਕਰਦਾ।
ਉਹਦਾ ਜੋ ਕੁਝ ਵੀ ਵਾਪਰਦਾ ਗੁਰ ਪ੍ਰਸ਼ਾਦ ਹੈ। ਪਹਿਲਾਂ ਕਿਰਪਾ ਹੁੰਦੀ ਹੈ, ਫਿਰ ਗੱਲ ਵਾਪਰਦੀ ਹੈ। ਜਿਵੇਂ ਮਹਾਰਾਜ ਨੇ ਲਿਖ ਕੇ ਵੀ ਦਿੱਤਾ ਹੈ, ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰ ਕਾ ਸਿੱਖ ਬਕਾਰ ਤੇ ਹਟ ਹੈ। ਪਹਿਲਾਂ ਸਤਿਗੁਰੂ ਦੀ ਦ੍ਰਿਸ਼ਟੀ ਪੈਂਦੀ ਆ, ਫੇਰ ਸੇਵਕਾ ਜਿਹੜਾ ਔਲਦਾ ਗੁਰੂ ਘਰ ਵੱਲ ਨੂੰ, ਸਾਧੂ ਵੱਲ ਨੂੰ, ਸੰਤ ਵੱਲ ਨੂੰ। ਜਿੰਨਾ ਚਿਰ ਉੱਧਰੋਂ ਖਿੱਚ ਨਹੀਂ ਪੈਂਦੀ, ਮਜਾਲ ਆ ਕਿ ਕੋਈ ਆ ਵੀ ਜਾਵੇ, ਹਨੇਰੀ ਦਿਸਦਾ ਚਾਰ ਸਪੇਰੇ, ਉਹ ਰੋਸ਼ਨੀ ਦਿਸਦੀ ਨਹੀਂ ਹੈ। ਤੇ ਮਹਾਰਾਜ ਕਹਿੰਦੇ ਇਹ ਵੀ ਸਮਝ ਆਈ ਕਿ ਜੋ ਜੋ ਦੀਸਾ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਜਿੰਨਾ ਵੀ ਕੋਈ ਮਰਜ਼ੀ ਵੱਡਾ ਕਿਸੇ ਵੀ ਅਹੁਦੇ ਤੇ ਆ, ਕੁਝ ਵੀ ਬਣ ਜਾਵੇ ਆ ਦੁਨੀਆ ਦੇ ਹਿਸਾਬ ਨਾਲ, 9 ਖੰਡ ਪ੍ਰਿਥਵੀ ਦਾ ਰਾਜਾ ਬਣ ਜੇ, ਪਰ ਕਹਿੰਦੇ ਅੰਤ ਅੰਜਾਮ ਉਹਦਾ ਕੀ ਹੋਣਾ, ਅੰਤ ਉਹਦਾ ਕੀ ਆ। ਜੇ ਲੰਬੀ ਨਜ਼ਰ ਮਾਰੀਏ ਕਿ ਜੋ ਜੋ ਦੀਸਾ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਇੱਕ ਦਿਨ ਸਭ ਨੇ ਖਾਕ 'ਚ ਰਲ ਜਾਣਾ। ਬੇਸ਼ੱਕ ਕੋਈ ਕਿਸੇ ਦਾ ਸੰਸਕਾਰ ਕਰਦੇ ਤਾਂ ਵੀ ਮਿੱਟੀ 'ਚ ਹੀ ਆ, ਕਬਰ 'ਚ ਦੱਬ ਦਈਏ ਤਾਂ ਵੀ। ਕੱਲ੍ਹ ਵਾਲੇ ਬਾਗ 'ਚ ਮਹਾਰਾਜ ਨੇ ਪਰਸੋਂ ਕਿਹਾ ਸੀ ਕਿ ਜੀਵ ਜਨਤਾ ਨੇ ਛਕ ਲੈਣਾ। ਕੋਈ ਮੰਮੀ ਬਣਾ ਕੇ ਰੱਖਦੇ, ਪ੍ਰੈਮਡਾ 'ਚ ਰੱਖਦੇ, ਉਹ ਥੋੜ੍ਹੇ ਹੋਰ ਸਮੇਂ ਬਾਅਦ ਉਹਨੇ ਇਹੀ ਕੁਛ ਹੋਣਾ ਅੰਤ ਇਹੀ ਆ। ਇਹ ਸਾਡੀ ਸਾਹਮਣੇ ਕਿਉਂ ਲਿਆ ਰਹੇ ਆ ਸਤਿਗੁਰੂ? ਕਿਉਂਕਿ ਇਹ ਮੌਤ ਦਾ ਇੱਕ ਸੂਤਰ ਹੈ। ਕਿਸੇ ਵੀ ਬੰਦੇ ਨੂੰ ਜਦੋਂ ਇਹ ਗੱਲ ਜੱਚ ਜਾਂਦੀ ਹੈ ਕਿ ਸੱਚ ਹੈ, ਇਹ ਇੱਕ ਦਿਨ ਖਾਕ 'ਚ ਹੀ ਰਲਣਾ, ਇੱਥੇ ਰਹਿਣਾ ਨਹੀਂ, ਬਹੁਤ ਔਖਾ ਹੁੰਦਾ ਫਿਰ ਲਾਲਚ ਕਰਨਾ, ਬੜਾ ਹੀ ਔਖਾ ਹੋ ਜਾਂਦਾ ਜ਼ੁਲਮ ਕਰਨਾ। ਕਾਹਦਾ ਕਰਕੇ ਕਰੇ, ਕਾਹਦਾ ਮੱਧ ਚੜਾਵੇ ਸਰੀਰ ਨੂੰ, ਉਹ ਬੇਸੁਰਤੀ ਕਾਹਦੀ ਪਕੜੇ ਉਹਨੂੰ ਕਿ ਜਿਹਦੇ ਨਾਲ ਉਹ ਪਾਗਲ ਹੋ ਜੇ। ਇਹ ਸਤਿਗੁਰੂ ਇਸੇ ਕਰਕੇ ਸਿੱਖ ਦੀ ਝੋਲੀ ਪਹਿਲਾਂ ਹੀ ਉਹ ਸੂਤਰ ਪਾਉਂਦੇ ਜਿਹੜੇ ਜਗਾ ਕੇ ਰੱਖਦੇ ਆ। ਮੌਤ ਦਾ ਚੇਤਾ ਇੱਕ ਐਸਾ ਚੇਤਾ ਜਿਹੜਾ ਬੰਦੇ ਨੂੰ 99% ਰੋਕ ਲੈਂਦਾ ਗਲਤ ਹੋਣ ਤੋਂ। ਮੌਤ ਦਾ ਚੇਤਾ ਕਰਾਉਣਾ ਸਤਿਗੁਰਾਂ ਦਾ ਇਹੀ ਸੂਤਰ ਹੈ ਕਿ ਜਿਵੇਂ ਆਪਾਂ 10 ਜਾਣੇ ਟੂਰ 'ਤੇ ਗਏ ਹਾਂ, ਕਿਤੇ 2 ਮਹੀਨਿਆਂ ਲਈ ਗਏ ਹਾਂ, ਉੱਥੇ ਜਾ ਕੇ ਆਪਾਂ ਆਨੰਦ ਮਾਣਦੇ ਹਾਂ, ਉੱਥੋਂ ਦੀਆਂ ਰਮਣੀਕ ਜਗ੍ਹਾ ਦੇਣੇ ਉਸ ਦੇਸ਼ ਦੀਆਂ, ਥਾਂ ਥਾਂ ਦਰਸ਼ਨ ਦਿਦਾਰੇ ਕਰਨ ਜਾਂਦੇ ਹਾਂ, ਕੁਛ ਕਰਦੇ ਹਾਂ। ਪਰ ਸਾਡੇ ਵਿੱਚੋਂ 2-4 ਜਾਣੇ ਇਹ ਭੁੱਲ ਜਾਣ ਕਿ ਅਸੀਂ ਵਾਪਸ ਵੀ ਜਾਣਾ, ਅਤੇ ਉੱਥੇ ਉਹ ਜ਼ਮੀਨਾਂ ਦੇ ਰੇਟ ਪੁੱਛਦੇ ਫਿਰਨ ਕਿ ਇੱਥੇ ਜ਼ਮੀਨ ਦਾ ਕੀ ਰੇਟ ਆ ਜੀ, ਇੱਥੇ ਘਰ ਕਿੰਨੇ ਕੁ 'ਚ ਬਣ ਜਾਂਦਾ, ਕੋਠੀ ਕਿੰਨੇ ਕੁ 'ਚ ਬਣ ਜਾਂਦੀ ਆ, ਕੀ ਹਾਲਾਤ ਹੈ। ਉਹ ਗਲੀਆਂ ਬਾਜ਼ਾਰਾਂ 'ਚ ਇਹਦੀ ਭਾਲ 'ਚ ਨਿਕਲ ਜਾਣ ਅਤੇ ਰੋਜ਼ ਉਹ ਦਿਨੋਂ ਦਿਨ ਖਚਤੀ ਹੁੰਦੇ ਜਾਣ। ਉੱਥੇ ਕੰਮ ਪੁੱਛਣ ਲੱਗ ਜਾਣ ਕਿ ਕੰਮ ਕਰਾਂਗੇ, ਇੱਥੇ ਆਪਾਂ ਐਂ ਬਣ ਜਾਵਾਂਗੇ, ਪਤਾ ਨਹੀਂ ਕਿੰਨੇ ਕੁ ਵਿਚਾਰ। ਪਰ ਜੇ ਹੱਥ ਨੇ ਜਦੋਂ ਸੰਗਤ ਹੋਵੇ ਉਦੋਂ ਉਹਨਾਂ ਨੂੰ ਦੱਸਿਆ ਜਾਵੇ, ਭਲਿਓ ਪੁਰਸ਼ੋ ਆਪਣੇ ਤਾਂ ਦਿਨ ਨੇੜੇ ਲੱਗੇ ਖੜੇ ਆ, 15 ਦਿਨਾਂ ਨੂੰ ਤਾਂ ਆਪਾਂ ਵਾਪਸ ਜਾਣਾ, ਤੁਸੀਂ ਕਿਉਂ ਟਾਈਮ ਬਰਬਾਦ ਕਰ ਰਹੇ ਹੋ? ਤੁਸੀਂ ਲਾਹਾ ਲੈਣ ਆਏ ਹੋ, ਆਨੰਦ ਲੈਣ ਆਏ ਹੋ ਇਸ ਦੇਸ਼ ਦਾ। ਜਿਵੇਂ ਸਤਿਗੁਰੂ ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਹੱਥੜੇ ਸਾ ਮੁਕਦੀ ਚਲਦੀ ਰਹਿਣ। ਟਾਈਮ ਖਤਮ ਹੋ ਰਿਹਾ ਤੇਰੇ ਕੋਲ ਸਕਿੰਟ ਕਰਕੇ, ਤੂੰ ਹੋਰ ਹੀ ਚੱਕਰਾਂ 'ਚ ਪਿਆ ਫਿਰਦਾ। ਜਦੋਂ ਫਿਰ ਉਹਨਾਂ ਨੂੰ ਹੋਸ਼ ਆਊਗੀ ਅਤੇ ਉਹ ਹੱਸਣਗੇ ਵੀ, ਬੇਸ਼ਰਮੀ ਵੀ ਮੰਨਣਗੇ, ਉਹ ਵਿਆਹ ਕੀ ਹੋ ਗਿਆ ਸੀ, ਸਾਨੂੰ ਐਂ ਕਿਉਂ ਲੱਗਿਆ ਕਿ ਇੱਥੇ ਐਂ ਕਰ ਲਈਏ ਕਿਉਂਕਿ ਉਹ ਭੁੱਲ ਚੁੱਕੇ ਸੀ। ਜਿਹੜੇ ਇਸ ਸੰਸਾਰ 'ਚ ਰਹਿਣ ਵਾਲੇ ਜੀਵ ਐਂ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਆ, ਉਹ ਬੜੇ ਜ਼ਾਲਮ ਹੋ ਜਾਂਦੇ ਆ, ਉਹ ਦੂਜਿਆਂ ਦੀਆਂ ਚੀਜ਼ਾਂ 'ਤੇ ਕਬਜ਼ਾ ਕਰਨ ਨੂੰ ਪੈਂਦੇ ਆ। ਅਤੇ ਉਹਨਾਂ ਦੀ ਹਉਮੈ ਕਹਿੰਦੀ ਹੈ ਜੇ ਹੋਵੇ ਤਾਂ ਸਾਰਾ ਕੁਛ ਮੇਰੇ ਕੋਲ ਹੀ ਹੋਵੇ। ਕਿਸੇ ਟਾਈਮ ਇੱਕ ਅਹੁਦੇ ਨੂੰ ਤਰਸਦੇ ਹੁੰਦੇ ਆ ਅਤੇ ਕੋਈ ਕੁਦਰਤ ਕਿਰਪਾ ਕਰ ਦਿੰਦੀ ਹੈ ਕਿ ਅਹੁਦੇ ਵੰਡਣ ਵਾਲਾ ਬਣਾ ਦਿੰਦੀ ਹੈ, ਪਰ ਐਡਾ ਮਨੁੱਖ ਲਾਲਚੀ ਹੈ, ਵੱਧ ਤੋਂ ਵੱਧ ਅਹੁਦੇ ਆਪਦੇ ਕੋਲ ਹੀ ਰੱਖਣੇ ਚਾਹੁੰਦਾ ਕਿ ਦੂਜਾ ਨਾ ਕੋਈ ਇੰਟਰ ਹੋ ਜੇ। ਇਹ ਤਾਂ ਹੀ ਸਤਿਗੁਰੂ ਜਗਾਉਂਦੇ ਆ ਕਿ ਤੂੰ ਕਿੱਡਾ ਕੁ ਵੱਡਾ ਬਣ ਗਿਆ, ਇੱਥੇ ਤਾਂ ਜੋ ਜੋ ਦੀਸਾ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਆਪਣਾ ਸਾਰਿਆਂ ਦਾ, ਸੋਡਾ ਮੇਰਾ ਅੰਤ ਇੱਕ ਦਿਨ ਇਹ ਹੈ ਕਿ ਆਪਾਂ ਮਿੱਟੀ ਹੋ ਜਾਣਾ। ਇਹ ਸੂਤਰ ਨੂੰ ਜੇ ਦਿਮਾਗ 'ਚ ਇੱਥੇ ਵਸਾ ਲਿਆ ਨਾ, ਹਉਮੈ ਨੂੰ ਸਮਝ ਲਓ ਤੁਸੀਂ ਜੂੜ ਪਾਤਾ, ਹਉਮੈ ਦੇ ਬਦਨ ਨੂੰ ਕੋਈ ਥਾਂ ਨਹੀਂ ਰਹਿੰਦਾ ਫਿਰ। ਨਿਰਭਉ ਨਿਰੰਕਾਰ ਭਵ ਖੰਡਨ,
ਸਭ ਸੁਖ ਨਵ ਨਿਧ ਦੇਸੀ। ਉਹ ਮੇਰਾ ਮਾਲਕ, ਇੱਕ ਓਂਕਾਰ ਦੀ ਸੱਤਾ ਬਣਾਉਣ ਵਾਲਾ ਪਰਵਤਗਾਰ, ਜਿਹਦੀ ਨੇੜਤਾ, ਜਿਹਦੀ ਯਾਦ ਅੰਦਰ ਭੈਤਾ ਪੈਦਾ ਕਰਦੀ ਹੈ, ਜਿਹੜਾ ਨਿਰਆਕਾਰ ਹੈ, ਜਿਹਨੂੰ ਅਸੀਂ ਨਿਰੰਕਾਰ ਕਹਿੰਦੇ ਹਾਂ। ਨਿਰਭਉ ਨਿਰੰਕਾਰ ਭਵ ਖੰਡਨ, ਸਾਰੇ ਖੰਡਨਾਂ ਦਾ, ਸਾਰੇ ਖੰਡਾਂ ਬ੍ਰਹਮੰਡਾਂ ਦਾ ਜੋ ਰਾਜਾ ਮਹਾਰਾਜਾ, ਸਭ ਸੁੱਖ ਨਵ ਨਿਧ ਦੇਸੀ। ਸਾਰੇ ਸੁੱਖ ਦੁਨੀਆ ਦੇ 9 ਨਿਧਾਂ 18 ਸਿੱਧਾਂ ਉਹਦੇ ਹੱਥ ਹੈ, ਉਹਦੀ ਤਲੀ ਤੇ ਹੈ, ਉਹਨੇ ਦੇਣੀਆਂ, ਉਹੀ ਦਿੰਦਾ। ਸਾਨੂੰ ਕਾਹਲ ਪੈ ਜਾਂਦੀ ਹੈ, ਸਾਨੂੰ ਆਪਦੇ ਕਰਮਾਂ ਦਾ ਨਹੀਂ ਪਤਾ ਹੁੰਦਾ, ਗੇੜ ਦਾ ਨਹੀਂ ਪਤਾ ਹੁੰਦਾ ਕਿ ਕਦੋਂ ਕੀ ਹੋਣਾ। ਜਿਵੇਂ ਸਾਡਾ ਵਕੀਲ ਜਾਣਦਾ ਹੁੰਦਾ ਕਿ ਤੁਸੀਂ ਕਿਹੜੀ ਧਾਰਾ ਦੇ ਅਧੀਨ ਕੀ ਕੀ ਤੁਹਾਡੇ ਨਾਲ ਵਾਪਰ ਰਿਹਾ ਅਤੇ ਕਿੰਨੇ ਦਿਨਾਂ ਬਾਅਦ ਕੀ ਹੋਊਗਾ। ਇੰਨੇ ਦਿਨ ਤਾਂ ਸੰਨ 'ਚ ਪਾਉਣੇ ਹੀ ਪੈਂਦੇ ਆ ਚੀਜ਼ ਨੂੰ, ਅਤੇ ਅਸੀਂ ਫਿਰ ਉਡੀਕਦੇ ਹਾਂ। ਜਾਂ ਅੱਜ ਵੀ ਵਿਦੇਸ਼ਾਂ ਦੇ ਵਿੱਚ ਸਾਨੂੰ ਦੱਸਿਆ ਜਾਂਦਾ ਕਿ ਤੁਹਾਨੂੰ 2 ਸਾਲ ਤਾਂ ਕਾਰਜ ਕਰਨਾ ਹੀ ਪੈਣਾ, ਉਦੋਂ ਬਾਅਦ PR ਪੈਣੀ ਹੈ। ਉਸੇ ਤਰ੍ਹਾਂ ਨਿਰੰਕਾਰੀ ਜਿਹੜੇ ਇਲਾਹੀ ਨਿਯਮ ਹੈ, ਉਹਨਾਂ ਦਾ ਸਾਧੂਆਂ ਨੂੰ ਪਤਾ ਹੁੰਦਾ, ਅਤੇ ਸਾਧੂ ਇਸੇ ਕਰਕੇ ਕਹਿੰਦੇ ਆ ਭਾਈ ਭਜਨ ਕਰੋ, ਬੰਦਗੀ ਕਰੋ, ਉਡੀਕੋ। ਪਿਛਲੇ ਸਮਿਆਂ 'ਚ ਹੁੰਦਾ ਸੀ ਭਾਈ ਤੂੰ ਮੱਸਿਆ ਸੁੱਖ ਲਾ, 12 ਮੱਸਿਆ, 10 ਮੱਸਿਆ, 5 ਮੱਸਿਆ, ਤਾਂ ਕਿ ਉਦੋਂ ਨੂੰ ਉਹ ਸਮੇਂ ਨੇ ਪਲਟਾ ਮਾਰ ਜਾਣਾ। ਉਹ ਸਮਾਂ ਆ ਜਾਣਾ ਜਿਹੜਾ ਲਿਖਿਆ ਹੋਇਆ ਕਿ ਇਸ ਟਾਈਮ 'ਤੇ ਤੁਹਾਡੀ ਜ਼ਿੰਦਗੀ 'ਚ ਇਹਨੇ ਐਂਟਰ ਹੋ ਜਾਣਾ। ਬੇਸ਼ੱਕ ਉਹ ਤੁਹਾਡਾ ਜੀਵਨ ਸਾਥੀ ਹੋਵੇ, ਤੁਹਾਡਾ ਬੱਚਾ ਹੋਵੇ, ਤੁਹਾਡੇ ਘਰ ਆਉਣ ਵਾਲਾ, ਬੇਸ਼ੱਕ ਕੋਈ ਹੋਰ ਦਾਤ ਹੋਵੇ, ਉਹਨਾਂ ਦਾਤਾਂ ਦਾ ਇੱਕ ਕੁਦਰਤ ਵੱਲੋਂ ਟਾਈਮ ਹੁੰਦਾ। ਅਤੇ ਤਾਂ ਹੀ ਸਾਨੂੰ ਸਮਝਾਇਆ ਜਾਂਦਾ ਕਿ ਦੇਣ ਵਾਲਾ ਤਾਂ ਉਹ ਮਾਲਕ ਇੱਕੋ ਹੀ ਆ। ਹਾਂ, ਅੱਗੇ ਦੱਸਣ ਵਾਲੇ ਨੇ ਜਿਹੜੇ ਉਹਦਾ ਨਾਂ ਕੁਛ ਵੀ ਰੱਖ ਸਕਦੇ, ਆਜ਼ਾਦੀ ਆ ਨਾਂ ਰੱਖਣ ਦੀ। ਕੋਈ ਉਹਨੂੰ ਖੁਦਾ ਕਹੋ, ਕੋਈ ਅੱਲਾ ਕਹੋ, ਕੋਈ ਗੋਡ ਕਹੋ, ਕੋਈ ਉਹਨੂੰ ਰੱਬ ਕਹੋ, ਕੋਈ ਪਰਵਤਗਾਰ ਕਹੋ, ਕੋਈ ਨਵੇਂ ਬਾਬਿਆਂ ਨੂੰ ਕੁਦਰਤ ਕਹੋ, ਇਕੱਲੀ ਕੁਛ ਕਹਿ ਲਓ, ਤੁਹਾਡੀ ਮਰਜ਼ੀ ਹੈ। ਵੈਸੇ ਜੇ ਪ੍ਰਕਿਰਤੀ ਅਤੇ ਕੁਦਰਤ ਮੰਨਣਾ, ਇਹ ਉਹਦਾ ਅੱਧਾ ਹਿੱਸਾ ਜਿਹੜਾ ਦੀਂਦਾ, ਇਹ ਸ਼ਿਵ ਸ਼ਕਤੀ ਦੇ ਖੇਲ ਦੇ ਅਧੀਨ, ਇਹ ਸ਼ਕਤੀ ਵਾਲੇ ਪਾਸੇ ਨੂੰ ਤੁਸੀਂ ਮੰਨਦੇ ਹੋ ਕਿ ਜਿਹੜੀ ਦਿਸ ਰਹੀ ਹੈ ਇਹੀ ਸਭ ਕੁਛ ਹੈ। ਪਰ ਨਹੀਂ, ਜਿਹੜਾ ਨਿਰੰਕਾਰ ਹੈ ਨਾ, ਨਿਰਾਕਾਰ ਹੈ, ਉਹ ਵੀ ਹੈ, ਜਿਹਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ। ਰੂਪ ਰੇਖ ਰੰਗ ਇਹਨਾਂ ਅੱਖਾਂ ਕਾਰਨ ਕਿਹਾ ਜਾਂਦਾ, ਇਹਦੇ ਨਾਲ ਦੀਂਦਾ ਨਹੀਂ ਹੈ। ਉਹ ਕਿਸੇ ਹੋਰ ਅੱਖ ਨਾਲ ਦੀਂਦਾ, ਦਿਵ ਦ੍ਰਿਸ਼ਟੀ ਨਾਲ ਦਿਸਦਾ। ਤੋ ਦਿਵ ਦ੍ਰਿਸ਼ਟੀ ਖੁੱਲ੍ਹਦੀ ਆ ਭਜਨ ਬੰਦਗੀ ਕੀਤਿਆਂ, ਸੇਵਾ ਕੀਤਿਆਂ, ਸਰਨ ਆਇਆ। ਉਹ ਵੀ ਇੱਕ ਗੁਰਪ੍ਰਸਾਦ ਵਾਪਰਦਾ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ। ਚਲੋ ਆਓ ਚੱਲੀਏ ਅੱਗੇ। ਹਰ ਜੀਓ ਤੇਰੀ ਦਾਤੀ ਰਾਜਾ, ਹੇ ਹਰੀ, ਹੇ ਮੇਰੇ ਪ੍ਰਮਾਤਮਾ, ਤੇਰੀਆਂ ਹੀ ਦਿੱਤੀਆਂ ਦਾਤਾਂ, ਅਤੇ ਰੱਜਦਾ ਵੀ ਮੈਂ ਤੇਰੀ ਦਾਤ ਨਾਲ ਹੀ ਹਾਂ, ਤੇਰੇ ਦਿੱਤੇ ਸੰਤੋਖ ਨਾਲ ਹੀ ਹਾਂ। ਤੇਰੀ ਕਿਰਪਾ ਨਾਲ ਹੀ ਸਾਰਾ ਕੁਛ ਵਾਪਰਦਾ। ਜਿੱਦਾਂ ਇਹ ਗੱਲਾਂ ਚੇਤੇ ਆਉਣ ਲੱਗ ਜਾਂਦੀਆਂ, ਸਮਝ ਆਉਣ ਲੱਗ ਜਾਂਦੀਆਂ, ਬੜਾ ਕੁਛ ਬਦਲ ਜਾਂਦਾ। ਮਾਨਸ ਬੱਪੜਾ ਕਿਆ ਸਲਾਹੀ, ਕਿਆ ਤਿਸ ਕਾ ਮੁਹਤਾਜਾ ਰਹਾਓ। ਬੰਦੇ ਨੂੰ ਕਈ ਵਾਰੀ ਨਹੀਂ, ਆਮ ਹੀ ਹੁੰਦਾ ਕਿ ਲੱਗਦਾ ਫਲਾਨਾ ਆਹ ਚੀਜ਼ ਦੇ ਦੂ, ਫਲਾਨਾ ਆਹ ਦੇ ਦੂ, ਇਸ ਤਰ੍ਹਾਂ ਕਰਕੇ ਉਹ ਦਾਤਾਂ ਦੇ ਚੱਕਰ ਚੁਲਝ ਜਾਂਦਾ। ਗੁਰੂ ਮਹਾਰਾਜ ਕਹਿੰਦੇ ਵੀ ਇਹ ਉੱਧਰੋਂ ਤਿਆਰੀ ਹੋਈ ਹੁੰਦੀ ਹੈ। ਤੁਸੀਂ ਇੱਕ ਵਾਪਰਦੀਆਂ ਦੇਖੀਆਂ ਘਟਨਾਵਾਂ ਕਿ ਜਿਹਦਾ ਕੋਈ ਵੀ ਨਹੀਂ ਹੁੰਦਾ, ਉਹਦੇ ਕੋਈ ਹੋਰ ਬਣ ਕੇ ਖੜ ਜਾਂਦੇ ਆ। ਜੀ ਤੋਂ ਹੋ ਸਕਦਾ ਤੁਸੀਂ ਆਸ ਲਾਈ ਹੋਵੇ, ਉਹ ਉਸ ਟਾਈਮ 'ਤੇ ਪਾਸਾ ਹੀ ਵੱਟ ਜੇ, ਫੋਨ ਹੀ ਆਫ ਕਰ ਜੇ, ਅਤੇ ਐਨ ਮੌਕੇ 'ਤੇ ਤੁਹਾਨੂੰ ਕੋਈ ਹੋਰ ਕੁਛ ਵਾਪਰ ਜੇ, ਦੇ। ਮਾਨਸ ਬੱਪੜਾ ਕਿਆ ਸਲਾਹੀ, ਕਿਆ ਤਿਸ ਕਾ ਮੁਹਤਾਜਾ। ਇੱਕ ਗੱਲ ਚੇਤੇ ਰੱਖਣੀ ਹੈ ਕਿ ਮਾਨਸ ਨੂੰ ਐਂ ਵੀ ਨਹੀਂ ਮੰਨਣਾ ਕਿ ਸਾਰੇ ਹੀ ਮਾਨਸ ਆ, ਰੱਬ ਬਣ ਕੇ ਵੀ ਆਉਂਦੇ ਆ ਕੁਛ ਮਨੁੱਖ। ਹੁਣ ਤਾਂ ਸੋਸ਼ਲ ਮੀਡੀਆ, ਹੁਣ ਤਾਂ ਅਸੀਂ ਦੇਖਦੇ ਹਾਂ, ਸਾਡੀਆਂ ਅੱਖਾਂ ਸਾਹਮਣੇ ਵਾਪਰਦਾ ਸਾਰਾ ਕੁਛ। ਅਸੀਂ ਦੇਖਿਆ ਸੀ ਨਾ ਪਿਛਲੇ ਦਿਨਾਂ 'ਚ ਕਿ ਇੱਕ ਛੋਟੀ ਜਿਹੀ ਬੱਚੀ ਨੇ ਕਿਹਾ ਸੀ, ਮੈਨੂੰ ਕਾਸੇ ਦੀ ਲੋੜ ਨਹੀਂ ਹੈ, ਮੈਨੂੰ ਖਾਣ ਨੂੰ ਰੋਟੀ ਦੇ ਦਿਓ ਸਿਰਫ। ਅਤੇ ਇੰਨੇ ਦਿਆਲੂ, ਇੰਨੇ ਕਿਰਪਾਲੂ ਲੋਕ ਆ ਕਿ ਧੜਾ ਧੜ ਪਹੁੰਚੇ ਉਹਦੇ ਘਰ, ਉਹ ਜਗ੍ਹਾ ਖਰੀਦੀ, ਉਹਨੂੰ ਮਕਾਨ ਬਣਾ ਕੇ ਦਿੱਤਾ 2 ਮੰਜ਼ਿਲਾ। ਨਿੱਕੇ ਜਿਹੇ ਬੱਚੇ ਆ, ਮਾਂ ਪਿਓ ਗੁਜ਼ਰੇ ਹੋਏ ਆ। ਹੁਣ ਉਹ ਬੱਚਿਆਂ ਨੂੰ ਤਾਂ ਰੱਬ ਨੇ ਨਾ, ਉਹ ਤੇ ਹੈ ਵੀ ਰੱਬ ਹੀ। ਅਸੀਂ ਕਿਸੇ ਟਾਈਮ ਮਨਮੁਖ ਹੁੰਦੇ ਹਾਂ, ਜਦੋਂ ਮਨ ਦੇ ਪਿੱਛੇ ਟਾਰਾ ਮਾਰਦੇ ਹਾਂ। ਜਦੋਂ ਅਸੀਂ ਅੰਤਰਾਤਮੇ ਪਹੁੰਚਦੇ ਹਾਂ, ਗੁਰਮੁਖ ਹੁੰਦੇ ਹਾਂ। ਜਦੋਂ ਗੁਰੂ ਦੀ ਗੱਲ ਸੁਣਦੇ ਹਾਂ, ਗੁਰਸਿੱਖ ਹੁੰਦੇ ਹਾਂ। ਜਦੋਂ ਅਸੀਂ ਆਪਦੀ ਕਿਰਤ ਕਮਾਈ 'ਚੋਂ ਦਾਤ ਦਿੰਦੇ ਹਾਂ, ਕਿਸੇ ਨੂੰ ਅੱਗੇ ਦਸਵੰਧ ਦਿੰਦੇ ਹਾਂ, ਜਾਂ ਕੁਛ ਵੀ ਆਪਦੇ ਕੱਢੇ ਦਸਵੰਧ 'ਚੋਂ ਕਿਸੇ ਦਾ ਡੰਗ ਲਾਉਂਦੇ ਹਾਂ, ਅਤੇ ਉਸ ਟਾਈਮ ਅਸੀਂ ਦੇਵਤੇ ਹੁੰਦੇ ਹਾਂ।
ਦੇਵਤੇ ਦਾ ਮਤਲਬ ਆ ਦੇਣ ਵਾਲਾ। ਤੇ ਜਿਹੜੇ ਗੁਰਮੁਖ ਆ ਉਹ ਚੇਤੇ ਰੱਖਦੇ ਆ ਕਿ ਮੈਨੂੰ ਗੁਰੂ ਨੇ ਦੇਣ ਜੋਗਾ ਕੀਤਾ, ਤੇ ਉਹ ਗੁਰੂ ਦਾ ਨਾਂ ਵੱਡਾ ਕਰਦੇ ਆ ਕਿ ਭਾਈ ਗੁਰੂ ਨਾਨਕ ਦਾ ਹੁਕਮ ਹੈ, ਮੈਂ ਤਾਂ ਦਿੰਦਾ। ਕਰ ਤੁਸੀਂ ਆਪ ਦਾ ਵੀ ਸਕਦੇ ਹੋ, ਹਾਂਜੀ ਮੈਂ ਦਸਬੰਧ ਕੱਢਦਾ, ਆਹ ਚੱਕੋ ਮੈਂ ਤੁਹਾਡੀ ਮਦਦ ਕਰਦਾ, ਮੈਂ ਆਹ ਸੇਵਾ ਕਰਦਾ, ਮੈਂ ਇੱਥੇ ਆਹ ਚੀਜ਼ ਦੀ ਲੋੜ ਆ ਲਿਆ ਕੇ ਦਿੰਦਾ, ਹੈ ਨਾ। ਇਹ ਕੈਟਾਗਰੀਆਂ। ਸਤਿਗੁਰੂ ਕਹਿੰਦੇ ਮਾਨਸ ਬੱਪੜਾ ਕਿਆ ਸਲਾਹੀ, ਪਰ ਮਨੁੱਖਾਂ ਦੀ ਸਲਹਿਤਾ 'ਚ ਨਾ ਪੈ ਕੇ ਉਹ ਦੇ ਦੂ ਉਹ ਦੇ ਦੂ। ਜਿੱਦੇ ਤੂੰ ਸਲਹਿਤਾ ਇੱਕ ਦੀ ਕਰ ਲਈ ਨਾ, ਇੱਕ ਦੇ ਹੀ ਸਾਰੇ ਬੱਚੇ ਨੇ, ਉਹਨੇ ਕਿਸੇ ਨਾ ਕਿਸੇ ਨੂੰ ਮੈਸੇਜ ਕਰ ਦੇਣਾ ਇੱਥੇ ਕਿ ਜਾ ਫਲਾਣੇ ਥਾਂ ਮਦਦ ਕਰ। ਉੱਧਰੋਂ ਮੈਸੇਜ ਆਉਂਦਾ ਉਦੋਂ ਮਦਦ ਹੁੰਦੀ ਆ, ਨਾ ਕਿ ਕੋਈ ਵੈਸੇ ਹੀ ਕਰ ਦਿੰਦਾ, ਵੈਸੇ ਨਹੀਂ ਕਰਦਾ ਹੈ। ਇਸ ਕਰਕੇ ਅਸੀਂ ਅੰਦਰ ਦੀ ਸੁਰਤ ਨੂੰ, ਅੰਦਰ ਦੇ ਆਪਦੇ ਚੇਤੇ ਨੂੰ, ਜੋ ਇੱਕ ਓਂਕਾਰ ਦੀ ਸੱਤਾ ਵਾਲਾ ਪਰਵਦਗਾਰ ਪਰਮ ਪਿਤਾ ਪਰਮਾਤਮਾ, ਉਹਦੇ ਨਾਲ ਜੋੜੀ ਰੱਖਣਾ। ਅੱਗੇ ਉਹ ਡਿਊਟੀ ਜਿਹਦੀ ਮਰਜ਼ੀ ਲਾਵੇ, ਕਿਸੇ ਦੇਵੀ ਦੀ ਲਾਵੇ, ਦੇਵਤੇ ਦੀ ਲਾਵੇ, ਮਨੁੱਖ ਦੀ ਲਾਵੇ, ਜਿਹਦੀ ਮਰਜ਼ੀ ਲਾ ਦੇ, ਕਿਸੇ ਔਲੀਏ ਦੀ ਲਾ ਦੇ, ਸਾਡੇ ਲਈ ਉਹੀ ਹੈ। ਜਿਨ ਹਰ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ। ਮਹਾਰਾਜ ਕਹਿੰਦੇ ਜਿਹਨੇ ਹਰੀ ਨੂੰ ਧਿਆ ਲਿਆ, ਕੋਈ ਗੁਰੂ ਗ੍ਰੰਥ ਸਾਹਿਬ ਦਾ ਅੰਗ ਇੱਕ ਵੀ ਇਹ ਜਿਹਾ ਨਹੀਂ ਲੰਘੂਗਾ ਜਿਹਦੇ 'ਚ ਮਹਾਰਾਜ ਨੇ ਸਿਮਰਨ ਤੇ ਧਿਆਨ ਦੀ ਗੱਲ ਨਾ ਕੀਤੀ ਹੋਵੇ। ਅੱਜ ਅਸੀਂ ਵੈਸੇ ਹੀ ਇੱਕ ਅਰਦਾਸ ਕਰ ਰਹੇ ਸੀ, ਹੌਲੀ ਹੌਲੀ ਜਿਵੇਂ ਥੋੜ੍ਹਾ ਥੋੜ੍ਹਾ ਬੋਲ ਕੇ, ਤੇ 4-5 ਗੱਲਾਂ ਚੇਤੇ ਆਈਆਂ ਕਿ ਸਾਰੀ ਅਰਦਾਸ 'ਚ ਮਹਾਰਾਜ ਨੇ ਕਿਹਾ ਹੀ ਧਿਆਉਣ ਨੂੰ ਤੇ ਸਿਮਰਨ ਨੂੰ ਆ। ਪ੍ਰਥਮ ਭਗਉਤੀ ਸਿਮਰਤ ਹੈ, ਸਿਮਰਨ ਕਰਨਾ, ਚੇਤੇ ਕਰਨਾ ਉਹ ਪਰਮ ਸੱਤਾ ਨੂੰ, ਅਕਾਲ ਪੁਰਖ ਦਾ ਜੋ ਦਿਸਦਾ ਰੂਪ ਪ੍ਰਕਿਰਤੀ ਮਾਂ, ਜਿਹੜੀ ਗੁਰੂ ਨਾਨਕ ਲਈ ਧਿਆਏ, ਗੁਰੂ ਨਾਨਕ ਨੂੰ ਧਿਆਉਣਾ। ਫਿਰ ਇਸ ਤਰ੍ਹਾਂ ਅੱਗੇ ਅੱਗੇ ਚੱਲਦਾ, ਦੋ ਹੀ ਗੱਲਾਂ, ਜਾਂ ਸਿਮਰਨਾ ਜਾਂ ਧਿਆਉਣਾ, ਜਾਂ ਸਿਮਰਨਾ ਜਾਂ ਧਿਆਉਣਾ। ਤੇ ਜਦੋਂ ਕੋਈ ਫਿਰ ਦਾਅਵੇ ਨਾ ਕਹਿੰਦਾ ਕਿ ਧਿਆਨ ਦਾ ਨਹੀਂ ਸੰਬੰਧ, ਧਿਆਨ ਨਹੀਂ ਕਰੀਦਾ ਹੁੰਦਾ, ਬੜਾ ਦੁੱਖ ਹੁੰਦਾ ਕਿ ਜਿਹੜੇ ਪੜ੍ਹਦੇ ਹੀ ਨਹੀਂ ਬਾਣੀ, ਚਲੋ ਵਿਚਾਰੇ ਉਹ ਤਾਂ ਠੀਕ ਹੈ, ਉਹਨਾਂ ਨੂੰ ਤਾਂ ਨਹੀਂ ਪਤਾ, ਪਰ ਜਿਹੜੇ ਪੜ੍ਹ ਕੇ ਬੇਈਮਾਨੀ ਕਰ ਰਹੇ ਆ, ਜਾਣ ਬੁੱਝ ਕੇ ਪ੍ਰਚਾਰ ਗਲਤ ਕਰ ਰਹੇ ਆ, ਉਹ ਬਖਸ਼ੇ ਕਿੱਥੇ ਜਾਣਗੇ। ਸਿਰਫ ਇਕੱਲੇ ਆਪਦੇ ਮਨ ਦੀ ਮੱਤ ਨੂੰ ਸਿੱਧ ਕਰਨ ਖਾਤਰ ਕਿ ਅਸੀਂ ਨਹੀਂ ਕਰਦੇ ਹਾਂ ਤਾਂ ਮਤਲਬ ਕਰਨਾ ਹੀ ਨਹੀਂ ਚਾਹੀਦਾ। ਜਿਹਨੇ ਨਹੀਂ ਕਰਨਾ ਉਹ ਨਾ ਕਰੇ, ਉਹਨੂੰ ਮੁਬਾਰਕ ਹੈ, ਕਿਉਂਕਿ ਟਾਈਮ ਹੁੰਦਾ। ਕਈ ਵਾਰੀ ਦਾਤਾਂ ਹੀ ਇਹੋ ਜਿਹੀਆਂ ਮਿਲੀਆਂ ਵੀਆਂ ਹੁੰਦੀਆਂ ਕਿ ਉਹ ਨਹੀਂ ਕਰਨ ਦਿੰਦੀਆਂ। ਦੌਲਤ ਸ਼ੋਹਰਤ ਬਹੁਤ ਹੁੰਦੀ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਕਰਨਾ ਹੀ ਨਹੀਂ ਚਾਹੀਦਾ, ਪਾਠ ਨਹੀਂ ਕਰਨਾ ਚਾਹੀਦਾ, ਜਾਂ ਜਾਪ ਨਹੀਂ ਕਰਨਾ ਚਾਹੀਦਾ, ਜਾਂ ਧਿਆਨ ਨਹੀਂ ਕਰਨਾ ਚਾਹੀਦਾ। ਸਤਿਗੁਰੂ ਕਹਿੰਦੇ ਜਿਨ ਹਰ ਧਿਆਇਆ। ਆ ਧਿਆਉਣ ਕੀ ਹੁੰਦਾ? ਧਿਆਇਆ ਇਹ ਅਸੀਂ ਜਿੰਨਾ ਸਲੋ ਮੋਸ਼ਨ 'ਚ ਬਾਣੀ ਪੜਾਂਗੇ ਸਾਡੀ ਝੋਲੀ 'ਚੋਂ ਹੀਰੇ ਮੋਤੀ ਪਈ ਜਾਣਗੇ। ਜਿਨ ਹਰ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ। ਜਿਹਨੇ ਉਸ ਹਰੀ ਪਰਮ ਪਿਤਾ ਪਰਮਾਤਮਾ ਨਾਲ ਧਿਆਨ ਲਾ ਲਿਆ, ਆਪਣੇ ਧਿਆਨ ਨੂੰ ਉਹ ਪਰਮ ਸੱਤਾ ਨਾਲ ਲਾ ਲਿਆ, ਮਹਾਰਾਜ ਕਹਿੰਦੇ ਉਹਦੀ ਹਰ ਤਰ੍ਹਾਂ ਦੀ ਭੁੱਖ ਗਵਾਚ ਜਾਂਦੀ ਹੈ। ਸੰਤੋਖ ਐਸੀ ਨਜ਼ਰ ਦੇ ਦਿੰਦਾ ਮਾਲਕ ਕਿ ਉਹਦੇ ਅੰਦਰ ਮੰਗ ਹੀ ਨਹੀਂ ਉੱਠਦੀ ਹੈ। ਉਹ ਇੰਨੇ ਆਨੰਦ 'ਚ, ਇੰਨੇ ਸ਼ੁਕਰ 'ਚ, ਸਕੂਨ 'ਚ ਰਹਿੰਦਾ ਹਰ ਵੇਲੇ ਕਿ ਉਹਨੂੰ ਫੁਰਨਾ ਵੀ ਨਹੀਂ ਬਣਦਾ ਹੈ ਕੁਛ ਮੰਗਣ ਦਾ। ਜਿਨ ਹਰ ਧਿਆਇਆ ਸਭ ਕਿਛ ਤਿਸ ਕਾ, ਤਿਸ ਕੀ ਭੂਖ ਗਵਾਈ। ਉਹਨੂੰ ਇਹ ਲੱਗਦਾ ਸਾਰਾ ਸੰਸਾਰ ਹੀ ਮੇਰਾ, ਮੇਰੇ ਮਾਲਕ ਪਿਤਾ ਦਾ ਤੇ ਮੇਰਾ ਵੀ ਆ। ਪਿਓ ਦੀ ਜਾਇਦਾਦ ਤੇ ਪੁੱਤ ਦਾ ਹੱਕ ਹੁੰਦਾ ਹੀ ਆ। ਤੇ ਇਹ ਵੀ ਸੱਚ ਹੈ ਕਿ ਹਰ ਟਾਈਮ ਤੇ ਉਹਦਾ ਕਾਰਜ ਵੀ ਹੁੰਦਾ। ਅੰਦਰੋਂ ਇੱਕ ਸੰਤੋਖ ਪੈਦਾ ਹੋ ਜਾਂਦਾ। ਐਸਾ ਧਨ ਦੀਆ ਸੁਖ ਦਾਤਾ ਨਿਖੁੱਟ ਨ ਕਬਹਿ ਜਾਈ। ਉਹ ਸੁੱਖਾਂ ਦੇ ਦਾਤੇ ਨੇ, ਮੇਰੇ ਮਾਲਕ ਨੇ ਐਸੀ ਵਿਧੀ ਬਖਸ਼ਿਸ਼ ਕੀਤੀ, ਐਸਾ ਧਨ ਦਿੱਤਾ ਕਿ ਸਮਝ ਪਈ ਕਿ ਉਹਦੇ ਤਾਂ ਖਜ਼ਾਨੇ ਭਰੇ ਹੀ ਬੜੇ ਨੇ। ਐਸਾ ਧਨ ਦੀਆ ਸੁਖ ਦਾਤਾ, ਸੁੱਖ ਦੇਣ ਵਾਲੇ ਪ੍ਰਭੂ ਨੇ। ਨਿਖੁੱਟ ਨਾ ਕਬਹਿ ਜਾਈ, ਕਦੇ ਵੀ ਮੁੱਕ ਨਹੀਂ ਸਕਦਾ, ਨਿਖੁੱਟ ਨਹੀਂ ਸਕਦਾ। ਭੰਡਾਰੇ ਹੀ ਐਸੇ ਭਰੇ ਨੇ ਸਾਰੀਆਂ ਦਾਤਾਂ ਦੇ। ਉਸ ਇੱਕ ਵੱਲ ਸੁਰਤ ਲਿਜਾਣੀ ਔਖੀ ਹੈ, ਸੁਰਤ ਵੰਡੀ ਜਾਂਦੀ ਹੈ। ਗੁਰੂਆਂ ਦੀ ਬਾਣੀ ਤੇ ਸਾਧੂ ਸੰਤ ਇਹੀ ਕਾਰਜ ਕਰਦੇ ਕਿ ਸਾਡੀ ਸੁਰਤ ਵੱਖ-ਵੱਖ ਥਾਵਾਂ ਤੋਂ ਚੱਕ ਕੇ
ਸੈਟਿੰਗਾਂ ਕਰਦੇ ਆ ਸਾਡੀ ਸੁਰਤ ਦੀਆਂ, ਇੱਕ ਨਾਲ ਲਾ ਦਿੰਦੇ ਆ ਕਿ ਉਹ ਜਿਹੜਾ ਇੱਕ ਓਂਕਾਰ ਸਤਨਾਮ ਆ ਨਾ, ਇਹਦੇ ਤੇ ਆ ਜਾ ਇੱਕ ਵਾਰੀ, ਸਾਰਾ ਫਲਾਓ ਹੀ ਇਹਦਾ। ਤੂੰ ਇੱਕ ਨੂੰ ਧੰਨਵਾਦ ਦੇਤਾ, ਤੂੰ ਜੜ 'ਚ ਪਾਣੀ ਪਾ ਦੇ, ਪੱਤੇ ਪੱਤੇ ਤੱਕ ਪਹੁੰਚ ਜਾਣਾ। ਪਹਿਲਾਂ ਤੂੰ ਕੀ ਕਰਦਾ, ਤੂੰ ਪੱਤੇ ਧੋਂਦਾ ਫਿਰਦਾ ਹੈ ਕਿ ਪੂਰਬ ਵਾਲੇ ਪੱਤੇ ਮੇਰੇ ਆ, ਕੋਈ ਕਹਿੰਦਾ ਪੱਛਮ ਵਾਲੇ ਪਾਸੇ ਦੇ ਪੱਤੇ ਮੇਰੇ ਆ, ਕੋਈ ਕਹਿੰਦਾ ਦੱਖਣ ਮੇਰਾ, ਕੋਈ ਕਹਿੰਦਾ ਉੱਤਰ ਮੇਰਾ। ਪੱਤੇ ਧੋਈ ਜਾਂਦੇ, ਉਹ ਦਿਨੋਂ ਦਿਨ ਕਮਲਾਈ ਜਾਂਦੇ, ਕਿਉਂਕਿ ਜੜ ਨੂੰ ਪਾਣੀ ਨਹੀਂ ਮਿਲਦਾ। ਤੂੰ ਜੜ 'ਚ ਆ ਜਾ, ਜਿੱਥੋਂ ਸ਼ੁਰੂਆਤ ਹੁੰਦੀ ਹੈ, ਜੜ 'ਚ ਪਾਣੀ ਪਾ। ਵੰਡੀਆਂ ਵੀ ਨਹੀਂ ਰਹਿਣੀਆਂ, ਜੜ 'ਚ ਪਾਣੀ ਇੱਕ ਪਊਗਾ, ਸਾਰੇ ਪੱਤਿਆਂ ਨੂੰ ਪਹੁੰਚਣਾ। ਧਰਮ ਆ ਨਾ ਜਿਹੜੇ, ਇਹ ਤਾਂ ਪ੍ਰਗਟਾਵੇ ਆ ਉਹਦੇ ਕਰਤੇ ਦੇ। ਕੋਈ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮੁਸਲਿਮ ਕਹਿ ਕੇ ਪ੍ਰਗਟ ਕਰਦਾ, ਕੋਈ ਉਹਦੀਆਂ ਦਿੱਤੀਆਂ ਦਾਤਾਂ ਨੂੰ ਇਸਲਾਮ ਕਹਿ ਕੇ ਪ੍ਰਗਟ ਕਰਦਾ, ਕੋਈ ਸਨਾਤਨ ਕਹਿ ਕੇ ਪ੍ਰਗਟ ਕਰਦਾ, ਕੋਈ ਸਿੱਖੀ ਕਹਿ ਕੇ ਪ੍ਰਗਟ ਕਰਦਾ, ਕੋਈ ਈਸਾਈ ਕਹਿ ਕੇ ਕਰਦਾ। ਬੱਚੇ ਸਾਰੇ ਉਹ ਮਾਲਕ ਦੇ ਹੀ ਨੇ। ਤੇ ਟੀਮਾਂ ਕਹਿ ਲਓ ਬਣੀਆਂ ਹੋਈਆਂ, ਤੇ ਹਾਂ ਅੱਡੋ ਅੱਡੀ ਟੀਮਾਂ, ਕਈਆਂ ਦੀ ਮਿਹਨਤ ਜ਼ਿਆਦਾ ਆ ਭਾਈ, ਉਹ ਜਿੱਤ ਜਾਂਦੇ ਆ, ਤੇ ਜੇਤੂ ਨੂੰ ਸਲਾਮ ਹੈ। ਅਸਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਪ੍ਰਚਾਰ ਦੇ ਚੱਕਰ 'ਚ ਵੀ ਇੱਕ ਦੂਜੇ ਨਾਲ ਜਿੱਦਬਾਜ਼ੀ ਚੱਲਦੀ ਹੈ ਨਾ, ਉਹ ਉਨੀ ਕੀ ਹੋਣੀ ਚਾਹੀਦੀ ਹੈ ਜਿਵੇਂ ਇੱਕ ਕਬੱਡੀ ਦਾ ਮੈਚ ਹੁੰਦਾ। ਇੱਕੋ ਸਕੂਲ ਦੇ ਬੱਚੇ ABC ਟੀਮਾਂ ਬਣ ਜਾਂਦੀਆਂ, ਤੇ ਹਰ ਬੰਦਾ ਆਪਦੀ ਟੀਮ ਨੂੰ ਜਿਤਾਉਣ ਨੂੰ ਭੱਜਦਾ, ਕਿਉਂਕਿ ਜੇਤੂ ਨੂੰ ਹੀ ਇਨਾਮ ਮਿਲਦੇ ਆ, ਜੇਤੂ ਨੂੰ ਹੀ ਸਲਾਮਾਂ ਹੁੰਦੀਆਂ। ਉਸ ਤਰੀਕੇ ਨਾਲ ਅਸੀਂ ਲਈਏ ਆਪਣੇ ਪ੍ਰਚਾਰ ਨੂੰ, ਪ੍ਰਸਾਰ ਨੂੰ, ਪਰ ਨਫ਼ਰਤ ਤੌਰ 'ਤੇ ਕਿਸੇ ਨੂੰ ਮਾੜਾ, ਫਿਰ ਅਸੀਂ ਗੁਰੂ ਨਾਨਕ ਨੂੰ ਨਹੀਂ ਸਮਝ ਸਕੇ। ਜੇ ਅਸੀਂ ਨਫ਼ਰਤ ਕਰਦੇ ਹਾਂ ਨਾ, ਸਾਡੇ ਤਾਂ ਗੁਰੂਆਂ ਨੇ ਜਿਉਂ ਕੇ ਦਿਖਾਇਆ। ਜਿਹੜੇ ਮਾਰਨ ਆਉਂਦੇ ਆ ਚੱਲ ਕੇ, ਉਹਨਾਂ ਲਈ ਵੀ ਲੰਗਰ ਪ੍ਰਸ਼ਾਦਾ, ਉਹਨਾਂ ਲਈ ਵੀ ਪਾਣੀ, ਉਹਨਾਂ ਲਈ ਵੀ ਮੱਲਮ ਦੀਆਂ ਡੱਬੀਆਂ। ਕਿਆ ਜੀਵਨ ਆ। ਉਹ ਜਿਹੜੀ ਗੁਰੂ ਨਾਨਕ ਨੇ ਗੱਲ ਪਾਈ ਹੈ ਝੋਲੀ ਕੇ ਇੱਕੋ ਦਾ ਪਸਾਰਾ, ਉਹ ਨਹੀਂ ਭੁੱਲਣੀ। ਹੋ ਸਕਦਾ ਕਿਸੇ ਟਾਈਮ ਟੰਗਾਂ ਵੀ ਤੋੜਦੀਆਂ ਪੈ ਜਾਣ, ਤੋੜੀਆਂ ਵੀ ਹੈ ਸਤਿਗੁਰਾਂ ਨੇ, ਭੜਕਾਏ ਬਥੇਰੇ ਹੈ, ਪਰ ਨਾਲ ਨਾਲ ਨਮਸਕਾਰ ਵੀ ਕੀਤੀ ਹੈ ਕਰਤਾ ਪੁਰਖ। ਹੁਣ ਲੋੜ ਸੀ ਇੱਥੇ, ਜਾਣੀ ਅੰਦਰ ਸ਼ਾਂਤੀ, ਉਹ ਚੇਤੇ ਰਹਿਣਾ ਕਿ ਤੇਰਾ ਹੀ ਰੂਪ ਆ। ਜੇ ਚੱਲ ਕੇ ਆਉਂਦਾ ਦੇਗ, ਜੇ ਚੜ ਕੇ ਆਉਂਦਾ ਤੇਗ, ਦੋਨੋਂ ਹਾਲਾਤਾਂ ਦੇ ਵਿੱਚ ਹੀ ਚੱਲ ਕੇ ਆਏ ਨੂੰ ਮੰਗਤਾ ਨਹੀਂ ਸਮਝਣਾ, ਚੜ ਕੇ ਆਏ ਨੂੰ ਬਖਸ਼ਣਾ ਨਹੀਂ। ਚੱਲ ਕੇ ਆਏ ਨੂੰ ਵੀ ਰੱਬ ਦਾ ਰੂਪ ਹੀ ਮੰਨਣਾ ਹੈ ਕਿ ਉਹਦਾ ਹੀ ਰੂਪ ਆ ਸਾਰਿਆਂ 'ਚ, ਭਾਈ ਆਓ ਦੇਗ ਛਕੋ, ਲੰਗਰ ਛਕੋ। ਜੇ ਚੜ ਕੇ ਆਉਂਦਾ ਤੇ ਵੀ ਇਹ ਮਾਲਕ ਜਾਂ ਤਾਂ ਦੇ ਸਤਬੁੱਧੀ ਇਹਨੂੰ। 3 ਵਾਰੀ ਸਤਿਗੁਰਾਂ ਨੇ ਕਿਹਾ ਕਿ ਰੋਕਣ ਦੀ ਕੋਸ਼ਿਸ਼ ਕਰੋ, ਜੇ ਨਹੀਂ ਰੁਕਦਾ ਫਿਰ ਭਾਈ ਆਖਰੀ। ਇਹ ਸਿਧਾਂਤ ਐਵੇਂ ਨਹੀਂ ਦਿੱਤੇ, ਪਰ ਕਾਲਜਾ ਠੰਡਾ ਰੱਖਣਾ, ਸੁਰਤੀ ਠੰਡੀ ਰੱਖਣੀ ਹੈ, ਇਹਨੂੰ ਚੇਤੇ ਰੱਖਣਾ। ਅਸੀਂ ਗੁਰੂਆਂ ਦੇ ਦਿੱਤੇ ਉਪਦੇਸ਼ਾਂ ਨੂੰ, ਅਸੀਂ ਤਾਂ ਭੁੜਕ ਜਾਂਦੇ ਹਾਂ ਮਾੜੇ ਜਿਹੇ ਨਾਲ। ਕਿਸੇ ਨੂੰ ਪ੍ਰਚਾਰ ਕਰਦਾ ਦੇਖ ਲਈਏ, ਜਿਹਨੇ ਖੁਦ ਕਦੇ ਸਤਨਾਮ ਵਾਹਿਗੁਰੂ ਨਹੀਂ ਕਿਹਾ, ਕਦੇ ਗੁਰੂ ਘਰ ਮੱਥਾ ਨਹੀਂ ਟੇਕਿਆ, ਉਹ ਵੀ ਰੌਲਾ ਪਾਉਣ ਲੱਗ ਜਾਂਦਾ ਸੋਸ਼ਲ ਮੀਡੀਆ 'ਤੇ। ਅਸੀਂ ਖੁਦ ਕਰੀਏ ਜੋ ਕਰਨਾ, ਦੂਸਰੇ ਨੂੰ ਡਿੱਕੇ ਨਾ ਲਾਈਏ। ਸਾਡੇ ਲਈ ਪੂਰਾ ਸੰਸਾਰ ਖੁੱਲ੍ਹਾ ਪਿਆ, ਕੀ ਨਹੀਂ ਹੈ ਅੱਜ ਇੱਥੇ, ਜਿੱਥੋਂ ਤੱਕ ਮਰਜ਼ੀ ਪਹੁੰਚ ਗਏ। ਪਰ ਪਹਿਲਾਂ ਗੁਰੂ ਨਾਨਕ ਦੇ ਦਰ ਤੋਂ ਝੋਲੀਆਂ ਭਰ ਲਗੇ, ਉਸ ਇੱਕ ਦੀਆਂ, ਸਾਂਝੀਵਾਲਤਾ ਦੀਆਂ, ਪਿਆਰ ਦੀਆਂ, ਥਵਾਕ ਦੀਆਂ। ਜਿੰਨਾ ਪਿਆਰ ਨਾਲ ਕੋਈ ਬਦਲ ਸਕਦਾ, ਉਹਨਾਂ ਝੁਕਾਏ ਤੋਂ ਨਹੀਂ ਝੁਕਦਾ ਹੁੰਦਾ ਕੋਈ ਵੀ, ਕਿਉਂਕਿ ਹਰ ਇੱਕ ਦੇ ਅੰਦਰ ਮਾਲਕ ਬੈਠਾ। ਐਸਾ ਧਨ ਦੀਆ ਸੁਖ ਦਾਤਾ, ਨਖੁੱਟ ਨਾ ਕਬਹੀ ਜਾਈ, ਆਨੰਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈ। ਕਹਿੰਦੇ ਐਸੀ ਦ੍ਰਿਸ਼ਟੀ ਦੇਤੀ ਕਿ ਆਨੰਦ ਹੀ ਆ ਹਰ ਵੇਲੇ, ਹਰ ਵੇਲੇ ਆਨੰਦ ਭਇਆ, ਸੁਖ ਸਹਿਜ। ਸੁਖ ਤੇ ਆਤਮਿਕ ਅਡੋਲਤਾ ਦੀ ਅਵਸਥਾ, ਸਹਿਜ ਦੀ ਅਵਸਥਾ ਬਣੀ ਰਹਿੰਦੀ ਹੈ। ਤੱਕੜੀ ਦੇ ਪੱਲੜੇ ਦੋਨੋਂ ਬਰਾਬਰ, ਨਾ ਦੁੱਖ ਨਾ ਸੁੱਖ, ਆਨੰਦ ਦੀ ਅਵਸਥਾ, ਇੱਕ ਲੈ ਦੇ ਵਿੱਚ ਜੀਵਨ। ਆਨੰਦ ਭਇਆ ਸੁਖ ਸਹਿਜ ਸਮਾਣੇ, ਸਤਿਗੁਰ ਮੇਲ ਮਿਲਾਈਓ। ਮੇਰੇ ਸੱਚੇ ਸਤਿਗੁਰੂ ਨੇ ਮੇਲ ਮਿਲਾਇਆ ਅੰਦਰੋਂ ਉਹਦਾ, ਉਹ ਦਾਤ ਸਾਨੂੰ ਮਿਲੀ ਵੀ ਆ। ਅਸੀਂ ਤਾਂ ਖੁਸ਼ ਹਾਂ, ਅਸੀਂ ਤਾਂ ਸਹਿਜ 'ਚ ਹਾਂ, ਉਹ ਕਿਰਪਾ ਸਤਿਗੁਰੂ ਨੇ ਕੀਤੀ ਆ। ਤੇ ਕਿਰਪਾ ਹੁੰਦੀ ਆ ਗਿਆਨ ਅੰਜਨ ਤੇ ਸਮਝਣਾ। ਸਮਝ ਵੀ ਬਖਸ਼ਿਸ਼ ਉਹੀ ਕਰਦਾ, ਗਿਆਨ ਅੰਜਨ ਵੀ ਉਹੀ ਪਾਉਂਦਾ। ਗਿਆਨ ਦੇ ਨਾਲ ਜਿਹੜਾ ਹਨੇਰਾ ਮਿਟ ਜਾਂਦਾ, ਭਰਮ ਭਉ ਮਿਟ ਜਾਂਦੇ ਆ, ਅਸਲੀਅਤ ਸਾਹਮਣੇ ਆ ਜਾਂਦੀ ਹੈ।
ਮਨ ਨਾਮ ਜਪ ਨਾਮ ਅਰਾਧ ਅਣਦਿਨ ਨਾਮ ਬਖਾਣੀ। ਤੇ ਫਿਰ ਜੀਵਨ ਕਿਹੋ ਜਿਹਾ ਰਹਿ ਜਾਂਦਾ? ਕਹਿੰਦੇ ਨੇ ਮਨ ਨਾਮ ਜਪ, ਉਹਦਾ ਜਿਹੜਾ ਨਾਮ ਹੈ ਇੱਕ ਓਂਕਾਰ ਸਤਿਨਾਮ ਸੱਤਾ ਦਾ, ਹਰੀ ਰਾਮ ਵਾਹਿਗੁਰੂ ਅੱਲਾ, ਜੋ ਵੀ ਤੁਸੀਂ ਆਨੰਦ ਅਨੁਭਵ ਕਰੋ ਉਹਨੂੰ ਜਪ। ਜਾਪ ਤੋਂ ਸ਼ੁਰੂ ਕਰਨਾ ਹੈ, ਸਿਮਰਨ ਅਤੇ ਧਿਆਨ 'ਤੇ ਚਲੇ ਜਾਣਾ ਹੈ। ਮਨ ਨਾਮ ਜਪ ਨਾਮ ਅਰਾਧ, ਉਸੇ ਨਾਮ ਨੂੰ ਅਰਾਧਨਾ। ਨਾਮ ਅਰਾਧਿਆ ਕਿਵੇਂ ਜਾਊ? ਜਪਣ ਤੋਂ ਬਾਅਦ ਉਹਨੇ ਅਣਹਦ ਨਾਦ ਦੇ ਰੂਪ 'ਚ ਸੁਣਨਾ ਸ਼ੁਰੂ ਕਰ ਦੇਣਾ, ਕਿਉਂਕਿ ਜਦੋਂ ਹੀ ਅਸੀਂ ਊਰਜਾ ਨੂੰ ਹਿਲਾਵਾਂਗੇ, ਜਪਾਂਗੇ, ਧਿਆਨ ਸਾਡੇ ਸਾਰੇ ਸਰੀਰ 'ਚ ਘੁੰਮੂਗਾ, ਸਾਡੇ ਚੱਕਰ ਬੈਲੈਂਸ ਹੋਣਗੇ। ਜਿਵੇਂ ਜਿਵੇਂ ਸਾਡੇ ਸਵਾਸ 15 ਤੋਂ ਘਟਣੇ ਸ਼ੁਰੂ ਹੋਣਗੇ, 1 ਮਿੰਟ 'ਚ 15 ਸਾਹ ਆਉਂਦੇ ਆ, ਹੌਲੀ ਹੌਲੀ ਅਸੀਂ ਸ਼ਾਂਤ ਹੁੰਦੇ ਜਾਂਦੇ ਹਾਂ, 14 13 12 ਰਹਿ ਜਾਂਦੇ ਆ, ਅਤੇ ਸਾਡੀ ਅੰਦਰ ਦੀ ਫਰੀਕੁਐਂਸੀ ਐਸੀ ਹੋ ਜਾਂਦੀ ਹੈ, ਜੋ ਸਾਨੂੰ ਪਹਿਲਾਂ ਦਿਸਦਾ ਨਹੀਂ ਸੀ ਉਹ ਦਿਸਣਾ ਸ਼ੁਰੂ ਹੋ ਜਾਂਦਾ, ਜੋ ਸਾਨੂੰ ਪਹਿਲਾਂ ਸੁਣਦਾ ਨਹੀਂ ਸੀ ਉਹ ਸੁਣਨਾ ਸ਼ੁਰੂ ਹੋ ਜਾਂਦਾ। ਪਹਿਲਾਂ ਅਸੀਂ ਅੱਖਾਂ ਬੰਦ ਕਰਦੇ ਸੀ, ਹਨੇਰ ਘੁੱਪ ਦਿੰਦਾ ਸੀ, ਹੁਣ ਸਾਡੇ ਅੱਖਾਂ ਬੰਦ ਕਰਦੇ ਇੱਕ ਪ੍ਰਕਾਸ਼ ਦਾ ਗੋਲਾ ਦਿੰਦਾ ਅੰਦਰ, ਸਾਡੀ ਥਰਡ ਆਈ 'ਤੇ ਸਾਨੂੰ ਚਾਨਣ ਦਿਸਦਾ, ਸਾਡੇ ਸਵਾਸਾਂ ਦੇ ਨਾਲ ਇੱਕ ਚਾਨਣ ਦੀ ਲੀਕ ਜਾਂਦੀ ਹੈ ਅਤੇ ਆਉਂਦੀ ਦਿਸਦੀ ਹੈ। ਪ੍ਰਾਣ ਸ਼ਕਤੀ ਦੇ ਵਿੱਚ ਉਹ ਲਾਈਟ ਜਗਦੀ ਦਿਸਦੀ ਹੈ। ਪਰਮਾਤਮਾ ਦੇ ਅੰਸ਼ ਨੇ ਜਿਹੜੇ, ਇਹ ਸਾਡੇ ਨਾਲ ਚੱਲਦਾ। ਫਿਰ ਜਿਵੇਂ ਜਿਵੇਂ ਅਣਹਦ ਨਾਦ ਸੁਣਦਾ, ਉਵੇਂ ਉਵੇਂ ਪੰਜ ਸ਼ਬਦ, ਕਦੇ ਕੁਛ ਕਦੇ ਕੁਛ, ਫਿਰ ਲੱਗਦਾ ਵੀ ਸਾਰੇ ਵਿਸ਼ਵ 'ਚ ਕਾਰਤੀ ਹੋ ਰਹੀ ਹੈ। ਗਗਨਮੈ ਥਾਲ, ਪੂਰਾ ਇਹ ਥਾਲ ਉਵੇਂ ਹੀ ਲੱਗਦਾ ਵੀ ਇਹ ਸਾਰਾ ਟੋਕਰਾ ਜਿਹਾ ਇੱਕੋ ਮਾਲਕ ਦਾ ਹੀ ਹੈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਆਹ ਨਫ਼ਰਤਾਂ ਕਰਨ ਨੂੰ, ਲੜਨ ਨੂੰ ਤਾਂ ਥਾਈ ਨਹੀਂ। ਇਹ ਤਾਂ ਜਦੋਂ ਬੰਦਾ ਜਾਗਿਆ ਨਹੀਂ ਹੁੰਦਾ ਨਾ, ਅੱਖਾਂ 'ਤੇ ਕਾਲੀ ਪੱਟੀ ਬੰਨੀ ਹੈ, ਬਸ ਬੂ ਮਾਨਸ ਕਰਦਾ ਫਿਰਦਾ। ਗੱਲ ਉਹਦੇ ਮੂੰਹੋਂ ਚੰਗੀ ਵੀ ਤੁਸੀਂ ਉਸ ਦਾ ਲੱਗਦਾ ਹੋਵੇ ਧਰਮ ਦੇ ਨਾਂ 'ਤੇ ਫਿਰਦਾ, ਕੋਈ ਕਾਸੇ ਦੇ ਨਾਂ 'ਤੇ, ਪਰ ਜਿੰਨਾ ਚਿਰ ਜਾਗਦਾ ਨਹੀਂ ਕਰੂਗਾ ਨੁਕਸਾਨ ਹੀ, ਆਪ ਦਾ ਵੀ ਦੂਜਿਆਂ ਦਾ ਵੀ। ਤਾਂ ਸਤਿਗੁਰੂ ਕਹਿੰਦੇ ਮਨ ਨਾਮ ਜਪ ਨਾਮ ਅਰਾਧ, ਅਰਾਧਨਾ ਵੀ ਉਹਦੀ ਕਰ, ਅਣਦਿਨ ਨਾਮ ਬਖਾਣੀ, ਦਿਨ ਰਾਤ ਤੈਨੂੰ ਉਹੀ ਦਿਸੇ ਜੋ ਲੈ ਚੱਲ ਰਹੀ ਆ, ਉਹਦੀ ਸਾਊਂਡ, ਉਹਦਾ ਪ੍ਰਕਾਸ਼ ਵੇਖਣਾ, ਬਖਾਣੀ। ਇਹ ਨਹੀਂ ਹੈਗਾ ਬਸ ਲਈ ਮੰਨ ਕੇ ਜੇ ਛੱਡ ਦੇਣਾ, ਹੋਣਾ ਨਹੀਂ ਹੈਗਾ, ਦਿਸਦਾ, ਦਰਸ਼ਨ ਹੁੰਦੇ ਆ, ਕਰਨੇ ਆ, ਸਕੂਨ ਦਿੰਦੇ ਆ ਉਹਦੇ ਦਰਸ਼ਨ, ਪਿਆਰ ਦੀਆਂ ਲਹਿਰਾਂ ਉੱਠਦੀਆਂ। ਜੋ ਪ੍ਰੇਮ ਦੀ ਸਟੇਟਮੈਂਟ ਹੁੰਦੀ ਆ ਨਾ, ਉਹੀ ਸਹਿਜ ਦੀ ਸਟੇਟਮੈਂਟ ਹੈ। ਇੱਕੋ ਜਾ ਲੱਗਦਾ, ਇੱਕ ਮਿੱਕਤਾ ਸਾਰੇ ਕਾਸੇ ਨਾਲ। ਮਨ ਨਾਮ ਜਪ ਨਾਮ ਅਰਾਧ ਹੈ, ਅਰਾਧ ਅਣਦਿਨ ਨਾਮ ਬਖਾਣੀ, ਦਿਨ ਰਾਤ। ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੂਕੀ ਕਾਣ ਜਮਾਣੀ। ਤੇ ਸਤਿਗੁਰੂ ਕੀ ਕਹਿੰਦੇ ਆ? ਉਪਦੇਸ਼ ਸੁਣ, ਕਿਹਦਾ? ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੂਕੀ ਕਾਣ ਜਮਾਣੀ। ਜਿਹੜੇ ਸਾਧੂ ਜਿਨ੍ਹਾਂ ਨੇ ਜੀਵਨ ਲਾਇਆ ਕਰਤੇ ਪੁਰਖ ਨੂੰ ਜਾਣਨ ਲਈ, ਜਿਨ੍ਹਾਂ ਨੇ ਜ਼ਿੰਦਗੀ ਲਾਈ ਆ, ਜਿਨ੍ਹਾਂ ਨੇ ਗੁਰੂਆਂ ਦੀ ਸ਼ਰਨ 'ਚ ਰਹਿ ਕੇ ਸੇਵਾ ਕੀਤੀ ਆ, ਪਾਣੀ ਧੋਇਆ, ਪੱਖਾ ਫੇਰਿਆ, ਲੰਗਰਾਂ ਦੀ ਸੇਵਾ ਕਰੀ ਆ, ਗੁਰੂ ਦੀ ਸੇਵਾ ਕਰੀ ਆ, ਚਰਨ ਘੁੱਟੇ ਆ, ਚਰਨ ਧੂੜ ਦਾ ਆਨੰਦ ਮਾਣਿਆ, ਉਹ ਸਾਧੂ ਜਿਹੜੇ ਖੁਦ ਜਾਗੇ ਹੋਏ ਨੇ, ਕੋਈ ਤੋੜਾ ਨਹੀਂ ਹੈ। ਜਿਉਂ ਜੀ ਫਰੀਕੁਐਂਸੀ 'ਤੇ ਜਿਉਣ ਲੱਗ ਜਾਓਗੇ, ਉਹ ਜਿਹੇ ਲੋਕ ਟੱਕਰਦੇ ਸ਼ੁਰੂ ਹੋ ਜਾਣਗੇ। ਅੱਜ ਤੱਕ ਤੁਸੀਂ ਬਿਜ਼ਨਸ ਨਹੀਂ ਕੀਤਾ, ਖੇਤੀ ਕਰਦੇ ਹੋ ਜਾਂ ਕੋਈ ਹੋਰ ਕੰਮ ਕਰਦੇ ਹੋ, ਨੌਕਰੀ ਕਰਦੇ ਹੋ ਇਕੱਲੀ, ਅੱਜ ਹੀ ਕਿਸੇ ਜਿਹਨੇ ਜੀਵਨ ਲਾਇਆ ਆਪਦਾ ਬਿਜ਼ਨਸ 'ਚ, ਉਹਦੀਆਂ 2-4 ਗੱਲਾਂ ਸੁਣ ਕੇ ਆਪਦੀ ਫਰੀਕੁਐਂਸੀ ਤੁਹਾਡੀ ਉੱਥੇ ਆ ਜੇ, ਤੁਹਾਨੂੰ ਸਾਰੇ ਹੀ ਬਿਜ਼ਨਸਮੈਨ ਟੱਕਰਦੇ ਸ਼ੁਰੂ ਹੋ ਜਾਣਗੇ। ਤੁਹਾਨੂੰ ਇਹ ਗੱਲਾਂ ਦੱਸਣ ਵਾਲੇ, ਸਮਝਾਉਣ ਵਾਲੇ ਪਤਾ ਨਹੀਂ ਕਿੱਥੋਂ ਆਉਣੇ ਸ਼ੁਰੂ ਹੋ ਜਾਣਗੇ। ਤੁਸੀਂ ਉਸ ਫਰੀਕੁਐਂਸੀ 'ਤੇ ਜਾਓ ਸਹੀ। ਦੇਖਣ ਨੂੰ ਲੱਗਦਾ ਨਾ ਵੀ ਇਹ ਚੋਰਾਂ ਨਾਲ, ਠੱਗਾਂ ਨਾਲ, ਬੜੇ ਪਾਪੀਆਂ ਨਾਲ ਸੰਸਾਰ ਭਰਿਆ ਪਿਆ। ਇਹ ਵੀ YouTube ਤੇ Facebook ਵਾਲਾ ਹਾਲ ਹੀ ਆ। ਜਿਹੋ ਜਿਹੀਆਂ ਵੀਡੀਓ ਤੁਸੀਂ ਦੇਖਣੀਆਂ ਸ਼ੁਰੂ ਕਰਦੇ ਹੋ, ਉਹੋ ਜਿਹੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਐਂ ਲੱਗਦਾ ਵੀ ਸੰਸਾਰ 'ਚ ਇਹੀ ਕੁਛ ਹੈ, ਪਰ ਨਹੀਂ, ਇਹ ਨਹੀਂ ਹੈ। ਹੋਰ ਬੜਾ ਕੁਛ ਹੈ ਜਿਹੜਾ ਜਾਣੇ ਨਹੀਂ ਜਾ ਸਕਦਾ। ਸੰਸਾਰ ਸਮੁੰਦਰ ਹੈ। ਤੁਸੀਂ ਆਪਣੀ ਫਰੀਕੁਐਂਸੀ ਜਾਣਨ ਵਾਲੀ ਬਣਾਓ, ਸਾਧੂਆਂ ਨਾਲ ਪਿਆਰ ਵਾਲੀ ਬਣਾਓ। ਤੁਹਾਡੇ ਸਾਹਮਣੇ ਸਾਧੂਆਂ ਨੇ ਆਉਣਾ ਸ਼ੁਰੂ ਕਰ ਦੇਣਾ।
ਕਿਉਂਕਿ ਉੱਪਰ ਜਿਹੜੀ ਸੱਤਾ ਬੈਠੀ ਆ ਉਹ ਘੁਮਾਉਂਦੀ ਆ ਟਿਮਰੀ, ਉਹਦੀ ਆਮਣਾ ਸਾਹਮਣਾ ਕਰਾਉਂਦੀ ਆ ਥਾਂ ਥਾਂ ਤੋਂ। ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੂਕੀ ਕਾਣ ਜਮਾਣੀ। ਕਹਿੰਦੇ ਆ ਜਿਹੜੇ ਜਮਾਂ ਦਾ ਡਰ ਸੀ ਨਾ, ਮੌਤ ਦਾ ਭੈ, ਮੌਤ ਦਾ ਡਰ, ਇਹਦੀ ਤਾਂ ਕਾਣ ਹੀ ਚੱਕੀ ਜਾਂਦੀ ਹੈ ਜਦੋਂ ਇਹ ਪਤਾ ਲੱਗਦਾ ਕਿ ਜੀਵਨ ਹੀ ਆ ਇਕੱਲਾ, ਆ ਪੜਦਾ ਹੀ ਕਰਦੀ ਆ ਰੂਹ। ਆ ਜੋ ਲਿਆ ਸੀ ਇਹ ਸਿੱਲੜ ਨੂੰ ਇੱਥੇ ਛੱਡ ਕੇ ਅੱਗੇ ਉਹਦਾ ਰੂਪ ਹੋ ਜਾਣਾ ਮਾਲਕ ਦਾ। ਇਹ ਸਾਧੂ ਜਿਉਂਦੇ ਜੀ ਦਿਖਾ ਦਿੰਦੇ ਆ। ਸਾਧੂ ਦੀ ਗੱਲ ਮੰਨ ਕੇ, ਸੰਤਾਂ ਦੀ ਗੱਲ ਮੰਨ ਕੇ ਜਦੋਂ ਹੀ ਆਸਣ 'ਚ ਬਹਿੰਦੇ ਹੋ, ਜਦੋਂ ਹੀ ਜਾਪ ਕਰੋਗੇ, ਧਿਆਨ ਕਰੋਗੇ, ਆਰਾਧਨਾ ਕਰੋਗੇ, ਇੱਕ ਦਿਨ ਇਹੋ ਜਿਹਾ ਵਾਪਰਨਾ ਕਿ ਤੁਹਾਨੂੰ ਖੁਦ ਨੂੰ ਤੁਹਾਡਾ ਸਰੀਰ ਪਿਆ ਦਿਸਣਾ ਕਿ ਉਹ ਪਿਆ। ਫਿਰ ਤੁਸੀਂ ਹੈਰਾਨ ਹੋਣਾ ਕਿ ਮੈਂ ਆ ਫਿਰਦਾ। ਉਹ ਦਿਨ ਆ ਭਾਗਾਂ ਵਾਲਾ, ਜਿੱਦਿਆ ਕਾਣ ਜਮਾਣੀ ਮੁੱਕ ਜਾਂਦੀ ਹੈ। ਉਪਦੇਸ਼ ਸੁਣ ਸਾਧ ਸੰਤਨ ਕਾ, ਸਭ ਚੁੱਕੀ ਕਾਣ ਜਮਾਣੀਆ। ਜਮਾਂ ਦੀ ਕਾਣ ਚੁੱਕੀ ਗਈ, ਮੌਤ ਦਾ ਡਰ ਉਹਦੇ ਤੋਂ ਖਤਮ। ਕਰਤੇ ਨਾਲ ਇੱਕ ਮਿੱਕਤਾ, ਜਿਵੇਂ ਕੋਈ ਪਾਵਰਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਦੇ ਤਾਂ ਉਹਦੇ ਕੰਮ ਵੀ ਪਾਵਰਾਂ ਵਾਲੇ ਹੋਣੇ ਸ਼ੁਰੂ ਹੋ ਜਾਂਦੇ ਆ। ਉਹਦੀਆਂ ਗੱਲਾਂ ਬਾਤਾਂ, ਤੁਰਨਾ ਫਿਰਨਾ ਉਹੋ ਜਿਹੀ ਹੋ ਜਾਂਦਾ, ਕਿਉਂਕਿ ਹੁਣ ਉਹਨੂੰ ਉਹ ਭੈ ਹੀ ਨਹੀਂ ਰਿਹਾ, ਉਹ ਗੱਲ ਹੀ ਨਿਬੜ ਗਈ। ਅੱਗੇ ਸਤਿਗੁਰੂ ਕੀ ਕਹਿੰਦੇ ਆ, ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ। ਕਹਿੰਦੇ ਜਿਨ੍ਹਾਂ ਤੇ ਕਿਰਪਾ ਕਰਦਾ ਨਾ ਉਹ ਮਾਲਕ, ਕਿਰਪਾਲੂ, ਕਰਤੇ ਪੁਰਖ ਦੇ ਕਿੰਨੇ ਹੀ ਨਾਂ ਨੇ, ਕਿਰਪਾਲੂ, ਦਿਆਲੂ, ਸਭ ਦੀ ਜਾਣਨ ਵਾਲਾ, ਦਇਆ ਦਾ ਸਾਗਰ, ਪਤਿਤ ਪਾਵਨ, ਜਿੰਨਾ ਮਰਜ਼ੀ ਕਹੀ ਜਾਓ, ਪਿਆਰ ਚਾਹੇ ਵੇ ਜਿੰਨਾ ਬੋਲੀ ਜਾਓਗੇ ਉਨਾ ਹੀ ਸਿਰੇ ਲੱਗੀ ਜਾਣਾ। ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਮੇਰਾ ਪ੍ਰਭੂ ਜਿਹਦੇ ਤੇ ਕਿਰਪਾ ਕਰਦੇ, ਸੇ ਲਾਗੇ ਗੁਰ ਕੀ ਬਾਣੀ, ਉਹ ਗੁਰੂ ਦੀ ਬਾਣੀ ਦੇ ਨਾਲ ਲੱਗਦੇ ਆ। ਸਾਧੂ ਦੇ ਨੇੜੇ ਉਹੀ ਆ ਸਕਦੇ ਆ ਜਿਹਦੇ ਤੇ ਉਹਦੀ ਕਿਰਪਾ। ਉਹੀ ਬਾਣੀ ਪੜ੍ਹਨ ਕੱਢੀ ਤੁਰਨਗੇ, ਉਹੀ ਗੁਰੂ ਘਰ ਗੇੜਾ ਮਾਰਨਗੇ। ਤੇ ਨਹੀਂ ਤਾਂ ਗੁਰੂ ਘਰ ਆ ਕੇ ਵੀ ਬਾਣੀ ਨਹੀਂ ਪੜ੍ਹਦੇ ਜੇ ਕਿਰਪਾ ਨਹੀਂ ਹੈ। ਕਿਸੇ ਹੋਰ ਲਾਲਚ ਕਰਨ ਆ ਸਕਦੇ ਆ, ਆਪਦੀ ਕਿਸੇ ਵੀ ਗੱਲ ਕਾਰਨ ਆ ਸਕਦੇ ਆ, ਪਰ ਉਹ ਬਾਣੀ ਨਹੀਂ ਪੜ੍ਹਨਗੇ, ਨਾ ਹੀ ਬਾਣੀ ਸੁਣਨਗੇ। ਉੱਥੇ ਵੀ ਜਿਹੜੀਆਂ ਗੱਲਾਂ ਖੁੰਡਾਂ 'ਤੇ ਚੱਲਦੀਆਂ ਸੀ, ਗੁਰਦੁਆਰੇ 'ਚ ਵੀ ਉਹੀ ਕਰਨੀਆਂ, ਗੁਰੂ ਘਰ ਵੀ ਉਹੀ ਕਰਨੀਆਂ। ਸਾਧੂਆਂ ਕੋਲ ਆ ਕੇ ਵੀ ਸਿਆਸਤ ਕਰਨੀ ਹੈ। ਬਿਨਾਂ ਕਿਰਪਾ ਵਾਲੇ ਲੋਕਾਂ ਦਾ ਵੀ ਮੂੰਹ ਦਿਸ ਜਾਂਦਾ ਕਿ ਕਿਸੇ ਦਾ ਕਰਕੇ ਆ ਗਿਆ, ਕਿਸੇ ਦੇ ਨਾਲ ਆ ਗਿਆ, ਜਾਂ ਇਹਦੇ ਮਨ 'ਚ ਕੋਈ ਚਿੱਤ ਬਣੀ ਆ ਕਿ ਮੈਂ ਕੋਈ ਖੱਟ ਕੇ ਆਉਣੀ ਆ ਚੀਜ਼, ਕੋਈ ਲਾਲਚ ਉੱਠਿਆ ਹੁੰਦਾ। ਬਿਨਾਂ ਕਿਰਪਾ ਵਾਲੇ ਜਿਹੜੇ ਆਉਂਦੇ ਆ ਉਹਨਾਂ ਦਾ ਵੀ ਪਤਾ ਲੱਗ ਜਾਂਦਾ। ਤਾਂ ਮਹਾਰਾਜ ਕਹਿੰਦੇ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ, ਸੇ ਲਾਗੇ ਗੁਰ ਕੀ ਬਾਣੀ, ਉਹ ਗੁਰੂ ਦੀ ਬਾਣੀ ਕੰਨੀ ਲੱਗਦੇ ਆ। ਬਾਣੀ ਨੂੰ ਸੁਣਨਾ ਸ਼ੁਰੂ ਕਰਦੇ ਆ, ਬਾਣੀ ਨੂੰ ਪੜ੍ਹਨਾ ਸ਼ੁਰੂ ਕਰਦੇ ਆ। ਕਰਦਿਆਂ ਜਿਵੇਂ ਜਿਵੇਂ ਅਭਿਆਸ ਕਰਦੇ ਜਾਂਦੇ ਆ, ਇੱਕ ਦਿਨ ਉਹ ਵਾਪਰਦਾ ਜਿੱਦੇ ਧੁਰਕੀ ਬਾਣੀ ਨਾਲ ਇੱਕ ਮਿੱਕਤਾ ਹੋ ਜਾਂਦੀ ਹੈ, ਜਿਹੜੀ ਆਦਿ ਤੋਂ ਸੱਚ ਹੈ, ਜੁੱਗਾਂ ਦੇ ਵੀ ਸਮੇਂ ਤੋਂ ਸੱਚ ਹੈ, ਜਿਹੜੀ ਹੈ ਵੀ ਸੱਚ ਤੇ ਰਹੂਗੀ ਵੀ, ਜਿਹੜੀ ਸਰਬ ਵਿਆਪੀ ਬਾਣੀ ਹੈ, ਜਿਹੜਾ ਉਹਦਾ ਨਾਦ ਆ ਕਰਤੇ ਪੁਰਖ ਦਾ। ਇੱਕ ਦਿਨ ਉਹ ਬਾਣੀ ਨਾਲ ਵਾਹ ਪੈ ਜਾਂਦਾ, ਉਹ ਗੁਰ ਕੀ ਬਾਣੀ ਤੁਹਾਡੇ ਅੰਦਰੋਂ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ, ਤੁਹਾਨੂੰ ਆਪਣੇ ਲੜ ਲਾ ਲੈਂਦੀ ਹੈ। ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ। ਹੇ ਪ੍ਰਭੂ, ਤੇਰੀ ਕੀਮਤ ਕੌਣ ਪਾ ਸਕਦਾ? ਤੂੰ ਤਾਂ ਖੁਦ ਸਾਰਿਆਂ ਤੇ ਮਿਹਰ ਕਰਨ ਵਾਲਾ, ਤੈਨੂੰ ਕੌਣ ਕੁਛ ਦੇ ਸਕਦਾ? ਇਹ ਤਾਂ ਸਤਿਗੁਰੂ ਸਾਨੂੰ ਦੱਸਦੇ ਸਮਝਾਉਂਦੇ ਆ ਕਿ ਤੁਹਾਨੂੰ ਜੋ ਜੋ ਦੇ ਕੇ ਤੋਰਿਆ ਹੋਇਆ ਨਾ, ਉਹਦੀਆਂ ਸੈਟਿੰਗਾਂ ਤੁਸੀਂ ਕਿਵੇਂ ਕਰਨੀਆਂ। ਸਾਡਾ ਸਰੀਰ ਕਿਤੇ ਹੋਰ ਹੁੰਦਾ, ਸਾਡੀ ਸੁਰਤ ਕਿਤੇ ਹੋਰ ਹੁੰਦੀ ਹੈ, ਧਿਆਨ ਕਿਤੇ ਹੋਰ ਹੁੰਦਾ, ਬਹਿੰਦੇ ਅਸੀਂ ਕਿਤੇ ਹੋਰ ਆ। ਉਹ ਸਾਰੀਆਂ ਗੱਲਾਂ ਨੂੰ ਸਾਧੂ ਇੱਕ ਥਾਂ ਲਿਆਉਂਦਾ। ਪਹਿਲਾਂ ਸਰੀਰ ਦੀ ਮਰਜ਼ਾਦਾ ਸਿਖਾਉਂਦਾ ਕਿ ਸਰੀਰ ਬਹਿਣਾ ਕਿਵੇਂ ਆ, ਚੌਂਕੜਾ ਕਿਵੇਂ ਲਾਉਣਾ। ਹੁਣ ਕਈ ਵਾਰੀ ਤਾਂ ਬੰਦਾ ਸੰਗਤ 'ਚ ਬੈਠਾ ਵੀ ਪੈਰ ਦੀ ਭਮੀਰੀ ਬਣਾ ਦਿੰਦਾ, ਐਂ ਮਰੀ ਜਾਂਦਾ ਹੁੰਦਾ, ਉਹਨੂੰ ਐਂ ਨਹੀਂ ਪਤਾ ਲੱਗਦਾ ਕਿ ਕੀ ਹੋ ਰਿਹਾ, ਮੇਰੇ ਹੀ ਸਰੀਰ ਆ, ਮੈਂ ਕਿਉਂ ਹਿਲਾਈ ਜਾਂਦਾ, ਜਾਂ ਹੱਥ ਮਾਰੀ ਜਾਊ, ਜਾਂ ਉਹ ਪਤਾ ਹੀ ਨਹੀਂ ਲੱਗਦਾ ਉਹਨੂੰ। ਵਾਰੀ ਵਾਰੀ ਟੋਕਣਾ ਪੈਂਦਾ, ਕਹਿਣਾ ਪੈਂਦਾ। ਪਰ ਅੱਜ ਦਾ ਜਿਹੜਾ ਯੁੱਗ ਆ, ਅਗਲਾ ਫਿਰ ਗੁੱਸਾ ਮੰਨਦਾ, ਦੁਬਾਰੇ ਆਉਂਦਾ ਨਹੀਂ। ਕਈ ਵਾਰੀ ਅਗਲੇ ਦੇ ਭਲੇ ਕਰਕੇ ਚੁੱਪ ਕਰ ਜਾਂਦਾ ਅਗਲਾ, ਜਾਂ ਕਰਨਾ ਪੈਂਦਾ, ਪਰ ਚੱਲਦਾ ਇਹ। ਮਹਾਰਾਜ ਕਹਿੰਦੇ ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ। ਤੇਰੀ ਕੀਮਤ ਕੌਣ ਪਾ ਸਕਦਾ? ਤੂੰ ਤਾਂ ਸਾਰਿਆਂ ਦਾ ਹੀ
ਮਾਲਕ ਹੈ ਤੇ ਸਾਰੇ ਜੀਆਂ ਤੇ ਦਇਆ ਮਿਹਰ ਤੂੰ ਹੀ ਕਰਦਾ ਹੈ। ਜਦੋਂ ਤੇਰੇ ਵਾਲੇ ਪਾਸਿਓਂ ਦਇਆ ਮਿਹਰ ਹੁੰਦੀ ਹੈ ਤਾਂ ਇੱਧਰ ਸਾਧੂ ਸੰਤਾਂ ਵਾਲਾ, ਜਾਣਨ ਵਾਲਾ, ਗਿਆਨ ਵਾਲਾ, ਧਿਆਨ ਵਾਲਾ ਮਾਰਗ ਫੇਰ ਹੀ ਦਿਸਣਾ ਸ਼ੁਰੂ ਹੁੰਦਾ। ਸਭ ਕੁਛ ਤੇਰਾ, ਸਭ ਕੁਛ ਕੀਤਾ ਤੇਰਾ ਵਰਤਾ, ਕਿਆ ਹਮ ਬਾਲ ਗੋਪਾਲਾ। ਇਹ ਸਮਝ ਵੀ ਆਉਂਦੀ ਆ ਦਿਨੋਂ ਦਿਨ ਕਿ ਜੋ ਵੀ ਹੋ ਰਿਹਾ ਸੰਸਾਰ 'ਚ, ਜੋ ਵੀ, ਬੜੇ ਲੋਕਾਂ ਨੂੰ ਹੁੰਦਾ ਜੀ ਜੇ ਕਿਤੇ ਰੱਬ ਟੱਕਰ ਜੇ ਪੁੱਛ ਗਏ ਇੰਨੇ ਪਾਪ ਕਿਉਂ ਆ, ਇੰਨਾ ਆਹ ਕਿਉਂ ਆ। ਤੁਸੀਂ ਬੈਠੋ ਸ਼ਾਂਤੀ ਨਾਲ, ਤੁਹਾਨੂੰ ਕੱਲੀ ਕੱਲੀ ਗੱਲ ਦੀਆਂ ਸੈਟਿੰਗਾਂ ਦੇ ਦਿੰਦਾ ਉਹ ਕਿ ਆਹ ਗੱਲ ਪਹਿਲਾਂ ਤੁਸੀਂ ਆਹ ਕੀਤਾ ਸੀ ਤਾਂ ਵਾਪਰੀ, ਆਹ ਇਸ ਗੱਲ ਕਾਰਨ ਵਾਪਰੀ, ਕਾਰਨ ਸਮਰੱਥ ਆ ਉਹਨੇ ਤਾਂ ਨਿਯਮ ਦਿੱਤੇ ਹੋਏ ਆ। ਹੁਣ ਤੂੰ ਨਿਯਮ ਨੂੰ ਸਮਝ ਕੇ ਕੁਛ ਕਰੇਗਾ ਤਾਂ ਹੋਊਗਾ ਹੀ। ਜ਼ਮੀਨ ਤੂੰ ਲੈ ਲਈ ਆ, ਤੂੰ ਇਹ ਨਿਯਮ ਪੂਰਾ ਨਹੀਂ ਕਰ ਰਿਹਾ ਕਿ ਉੱਥੇ ਬੀ ਪਾਵੇਂ, ਪਾਣੀ ਲਾਵੇਂ, ਤੇ ਉਹਨੇ ਬੰਜਰ ਪਈ ਰਹਿਣਾ। ਕੱਲੀ ਜ਼ਮੀਨ ਲੈਣ ਨਾਲ ਤਾਂ ਨਹੀਂ ਫਸਲ ਹੁੰਦੀ। ਜ਼ਮੀਨ ਖਰੀਦ ਲੈਣ ਨਾਲ ਘਰੇ ਕਣਕ ਨਹੀਂ ਆਉਂਦੀ, ਘਰੇ ਸਬਜ਼ੀਆਂ ਚੱਲ ਕੇ ਨਹੀਂ ਆਉਂਦੀਆਂ। ਜੇ ਜ਼ਮੀਨ ਲਈ ਆ ਉਹਨੂੰ ਵਾਹੁਣਾ ਪੈਣਾ, ਇਹ ਨਿਯਮ ਪੂਰਾ ਕਰਨਾ ਪੈਣਾ, ਫਿਰ ਵੀ ਕੁਛ ਨਹੀਂ ਹੋਣਾ। ਵਾਹੁਣ ਤੋਂ ਬਾਅਦ ਉਹਨੂੰ ਸੁਹਾਗਾ ਮਾਰ ਕੇ ਵੱਟਾਂ ਪਾਉਣੀਆਂ ਪੈਣੀਆਂ, ਹਲੇ ਤੱਕ ਵੀ ਕੁਛ ਨਹੀਂ ਹੋਣਾ। ਇੱਕ ਨਿਯਮ ਹੀ ਪੂਰਾ ਹੋਇਆ। ਫਿਰ ਪਾਣੀ ਲਾਉਣਾ, ਦੂਸਰਾ ਨਿਯਮ। ਪਾਣੀ ਪਿਤਾ, ਧਰਤੀ ਮਾਤਾ ਨਾਲ ਪਿਤਾ ਦਾ ਮਿਲਾਪ ਹੋਣਾ ਹੈ। ਪਾਣੀ ਪਿਤਾ ਨੇ ਜਾਣਾ ਉਹ ਸਾਰੀ ਥਾਂ ਤੇ। ਫਿਰ ਉਹਨੇ ਉਪਜ ਕਰਨ ਲਈ ਤਿਆਰ ਹੋ ਜਾਣਾ, ਇੱਕ ਬੱਤ ਆ ਜਾਣੀ ਆ, ਤੇ ਉਹ ਬੱਤ ਨੂੰ ਜਾਣਨ ਵਾਲਾ ਵੀ ਚਾਹੀਦਾ ਕਿ ਹੁਣ ਬੱਤ ਹੈ। ਫਿਰ ਤੂੰ ਬੀ ਪਾਉਣੇ ਆ ਜਿਹੜੀਆਂ ਚੀਜ਼ਾਂ ਚਾਹੁੰਦਾ ਹੈ। ਜਦੋਂ ਬੀ ਪਾਏਗਾ ਉਹ ਬੱਤ ਹੈ ਜਿਹੜੀ ਬੀ ਨੂੰ ਉਨੀ ਕੁ ਨਮੀ ਦੇ ਕੇ ਉਹਦੇ ਉਤਲੇ ਖੋਲ ਨੂੰ ਤੋੜੂਗੀ 2-4 ਦਿਨਾਂ 'ਚ। ਫਿਰ ਉਹਦੇ 'ਚ ਢੰਗੂਰ ਵੱਜਣਾ, ਫਿਰ ਦਰਖਤ ਪੈਦਾ ਹੋਣਾ, ਫਿਰ ਉਹ ਬੇਲ ਪੈਦਾ ਹੋਣੀ ਆ, ਉਹ ਫਸਲ ਪੈਦਾ ਹੋਣੀ ਹੈ। ਫਿਰ ਅੱਗੇ ਸਟੈਪ ਦਰ ਸਟੈਪ ਜਾਣਾ ਪੈਣਾ, ਫਿਰ ਜਾ ਕੇ ਉਹ ਘਰੇ ਆਉਂਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ। ਜਿਵੇਂ ਇਹ ਚੰਗੀ ਚੀਜ਼ ਦੇ ਸਾਰੇ ਨਿਯਮ ਪੂਰੇ ਕੀਤੇ ਫਿਰ ਆਈ ਆ, ਮਾੜੀ ਵੀ ਆਈ ਆਉਂਦੀ ਆ। ਜਿਹੜੀ ਕਤਲਾਂ ਤੱਕ ਦੁਸ਼ਮਣੀ ਪਹੁੰਚਦੀ ਆ ਨਾ, ਕਿਸੇ ਦਿਨ ਹਲਕੀ ਜੀ ਗਾਲ ਹੀ ਕੱਢੀ ਹੁੰਦੀ ਹੈ ਕਿਸੇ ਦੇ ਸਾਹਮਣੇ, ਹਲਕੀ ਜੀ ਨਿੰਦਾ ਹੀ ਕਰੀ ਹੁੰਦੀ ਹੈ ਕਿਸੇ ਦੀ, ਜਾਂ ਫੁਕਰਬਾਜੀ ਜੀ ਕੁਛ ਕਿਹਾ ਹੁੰਦਾ ਕਦੇ, ਪਰ ਉਹ ਜਦੋਂ ਬੀ ਬਣ ਕੇ ਉੱਗਰਦੀ ਹੈ ਨਾ, ਕਿੱਥੇ ਲੈ ਜਾਂਦੀ ਹੈ। ਜਦੋਂ ਹੀ ਤੁਸੀਂ ਦੇਖੋਗੇ ਕਿ ਜਿਹਦੇ ਨਾਲ ਜੋ ਵੀ ਵਾਪਰ ਰਿਹਾ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਕਿਤੋਂ ਤਾਂ, ਐਵੇਂ ਇੱਥੇ ਕੁਛ ਨਹੀਂ ਵਾਪਰਦਾ। ਕਾਰਨ ਸਮਰੱਥ ਹੈ। ਮਹਾਰਾਜ ਕਹਿੰਦੇ ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਦਰਾ ਖੇਤ। ਬੀ ਪਾਉਂਦਾ, ਪਰਸਨਲੀ ਬੀ ਵੀ ਪੈਂਦੇ ਆ, ਕੌਮਾਂ ਵੀ ਬੀ ਪਾਉਂਦੀਆਂ। ਇੱਕ ਮੌਕਾ ਖੁੰਝਿਆ ਪੂਰੀ ਕੌਮ ਤਬਾਹ ਹੋ ਜਾਂਦੀ ਹੈ। ਦੇਸਾਂ ਦੇ ਦੇਸ਼ ਤਬਾਹ ਹੁੰਦੇ ਦੇਖਿਆ, ਦੇਸਾਂ ਦੇ ਦੇਸ਼ ਅਮੀਰ ਹੁੰਦੇ ਦੇਖਿਆ ਤੇ ਨੰਗ ਹੁੰਦੇ ਦੇਖਿਆ, ਨਿਯਮਾਂ ਨੂੰ ਪੂਰੇ ਨਾ ਕਰਨ ਦਾ। ਐਸਾ ਰਾਜਾ ਚੁਣ ਬੈਠੇ ਜਿਹਦੇ ਹੱਥ ਵੱਸ ਸੀ, ਜਿਹਨੇ ਤਾਰ ਦੇਣਾ ਸੀ, ਉਹਨੇ ਪਰਸਨਲੀ ਚੀਜ਼ਾਂ ਨੂੰ ਤਰਜੀਹ ਦਿੱਤੀ, ਰਾਜ ਦੇ ਲੋਕਾਂ ਨੂੰ ਨਹੀਂ ਦਿੱਤੀ, ਤਬਾਹ ਹੋ ਗਿਆ ਰਾਜ। ਇਹ ਚੀਜ਼ਾਂ ਨਿਯਮਾਂ 'ਚ ਹੀ ਹੈ ਸਭ ਕੁਛ। ਜਿਵੇਂ ਜਿਵੇਂ ਅਸੀਂ ਸਮਝਾਂਗੇ, ਗੁਰੂ ਦੀ ਬਾਣੀ ਪੜ੍ਹਾਂਗੇ, ਸੁਣਾਂਗੇ। ਗੁਰੂ ਇਕੱਲਾ ਅੱਖਾਂ ਬੰਦ ਕਰਕੇ ਰਾਮ ਰਾਮ ਕਰਨ ਨੂੰ ਹੀ ਨਹੀਂ ਕਹਿੰਦਾ, ਗੁਰੂ ਹਰ ਤਰ੍ਹਾਂ ਦੀ ਮੱਤ ਦਿੰਦਾ ਕਿ ਤੂੰ ਜਿੱਥੇ ਰਹਿ ਰਿਹਾ ਤੇਰੇ ਸੁਸਾਇਟੀ ਪ੍ਰਤੀ ਫਰਜ਼ ਕੀ ਆ, ਤੇਰੇ ਆਸੇ ਪਾਸੇ ਲੋਕ ਆ ਜਿਹੜੇ ਲੋੜਵੰਦ ਆ, ਜਾਂ ਹਰ ਪਾਸੇ ਤੂੰ ਨਿਗਾਹ ਰੱਖਣੀ ਆ। ਗੁਰੂ ਗੋਬਿੰਦ ਸਿੰਘ ਨੇ ਲਿਖ ਕੇ ਦਿੱਤਾ, ਮੇਰਾ ਗੁਰਸਿੱਖ ਮੇਰਾ ਸਿੱਖ ਰਾਜਨੀਤੀ ਪੜ੍ਹੇ, ਸਾਰੇ ਧਰਮਾਂ ਦਾ ਅਧਿਐਨ ਕਰੇ, ਸਭ ਦਾ ਸਤਿਕਾਰ ਕਰਦਿਆਂ ਹੋਇਆ ਸੁਰਤ ਅਕਾਲ ਪੁਰਖ ਬਾਪੂ 'ਚ ਰੱਖੇ ਕਿ ਸਾਰੇ ਉਹਦੇ ਆ। ਬੜਾ ਕੁਛ ਦਿੱਤਾ ਪਾਤਸ਼ਾਹ ਨੇ। ਫਿਰ ਸਤਿਗੁਰੂ ਕੀ ਕਹਿੰਦੇ ਆ, ਕੀਮਤ ਕੌਣ ਕਰੈ ਪ੍ਰਭ ਤੇਰੀ, ਤੂੰ ਸਰਬ ਜੀਆਂ ਦਇਆਲਾ, ਸਭ ਕੁਛ ਕੀਤਾ ਤੇਰਾ ਵਰਤਾ, ਕਿਆ ਹਮ ਬਾਲ ਗੋਪਾਲਾ। ਜੋ ਵੀ ਵਰਤ ਰਿਹਾ ਤੇਰਾ ਕੀਤਾ ਹੀ ਵਰਤਦਾ, ਸਾਰੇ ਨਿਯਮਾਂ ਤਹਿਤ ਆ ਤੇਰਾ ਸਭ ਕੁਛ। ਅਸੀਂ ਤਾਂ ਤੇਰੇ ਸਾਹਮਣੇ ਨਿੱਕੇ ਨਿੱਕੇ ਬਾਲ ਹੈ, ਪਾਲਣ ਵਾਲੇ ਗੋ, ਇਹ ਧਰਤੀ ਨੂੰ ਪਾਲਣ ਵਾਲੇ ਪਿਤਾ, ਤੇਰਾ ਕੀਤਾ ਹੋ ਰਿਹਾ, ਸਾਨੂੰ ਇਹ ਸਮਝ ਆ ਚੁੱਕੀ ਹੈ। ਇਸੇ ਸਮਝ ਦੇ ਤਹਿਤ ਹੀ ਅਸੀਂ ਹੁਣ ਅੱਗੇ ਤੋਂ ਜ਼ਿੰਦਗੀ ਸਵਾਰਾਂਗੇ ਕਿ ਮਾੜਾ ਵੀ ਨਹੀਂ ਪਾਵਾਂਗੇ। ਜੇ ਸਾਨੂੰ ਕੰਡੇ ਨਹੀਂ ਚਾਹੀਦੇ ਤਾਂ ਕੰਡਿਆਂ ਵਾਲੇ ਬੂਟੇ ਵੀ ਨਹੀਂ ਬੀਜਣੇ। ਬਾਣੀ ਦਾ ਵਾਰੀ ਵਾਰੀ ਦੱਸਦੀ ਹੈ,
ਜਿਵੇਂ ਲੋੜਾ ਦਾਖ ਬਜੌਰੀਆਂ ਕਿੱਕਰ ਬੀਜਾ ਜੱਟ। ਬਾਬਾ ਜੀ ਕਹਿੰਦੇ ਭਾਲਦਾ ਬਜੌਰ ਦੀਆਂ ਦਾਖਾਂ ਕਿ ਮੇਰੇ ਘਰੇ ਦਾਖਾਂ ਲੱਗਣ, ਤੇ ਬੀਬ ਕਾਹਦੇ ਪਾ ਰਿਹਾ, ਕੂਲੇ ਜੇ ਦੇਖ ਕੇ ਤੇ ਸੋਹਣੇ ਦੇਖ ਕੇ ਕਿੱਕਰਾਂ ਦੇ। ਇਹ ਤਾਂ ਤੁੱਕੇ ਹੀ ਆਉਣਗੇ ਘਰੇ ਤਾਂ, ਇਹ ਨਿਯਮ ਨੂੰ ਕੋਈ ਕੱਟ ਨਹੀਂ ਸਕਦਾ। ਇਹ ਚੀਜ਼ਾਂ ਹੀ ਅਸੀਂ ਸਿੱਖਣੀਆਂ ਤੇ ਜਾਣਨੀਆਂ। ਰਾਖ ਲਿਓ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ। ਹੇ ਪਰਮ ਪਿਤਾ ਪ੍ਰਮਾਤਮਾ, ਰੱਖ ਲਓ, ਲਾਜ ਰੱਖਿਓ, ਸਰੈਂਡਰ ਕਰਨਾ। ਇਹ ਸਰੈਂਡਰ ਵਾਲੀ ਲਾਈਨ ਆ ਕਿ ਰਾਖ ਲਿਓ ਨਾਨਕ ਜਨ ਤੁਮਰਾ, ਨਾਨਕ ਤੇਰਾ, ਜੋ ਪਿਤਾ ਪੂਤ ਕਿਰਪਾਲਾ। ਜਿਵੇਂ ਪਿਓ ਆ ਨਾ ਜਿਹੜਾ, ਉਹ ਪਿਤਾ ਤੇ ਕਿਰਪਾਲੂ ਹੀ ਹੁੰਦਾ ਦਿਲੋਂ, ਉਹਦਾ ਰੋਗ ਵੀ ਕਿਰਪਾ ਵਾਲਾ ਹੁੰਦਾ, ਉਹਦੀ ਰੋਕ ਟੋਕ ਵੀ ਕਿਰਪਾ ਦੀ ਨਹੀਂ ਹੁੰਦੀ ਹੈ, ਕਿਉਂਕਿ ਉਹ ਪੁੱਤ ਨੂੰ ਅੱਗੇ ਵਧਾਉਣਾ ਚਾਹੁੰਦਾ। ਇੱਕ ਪਿਓ ਹੀ ਹੁੰਦਾ ਦੁਨੀਆ 'ਚ ਇਕੱਲਾ ਜਿਹੜਾ ਆਪਦੇ ਪੁੱਤ ਨੂੰ ਆਪ ਤੋਂ ਵੱਧ ਤਰੱਕੀ ਕਰੀ ਦੇਖ ਕੇ ਖੁਸ਼ ਹੁੰਦਾ, ਥਾਪੜਾ ਦਿੰਦਾ, ਉਹਨੂੰ ਸਲਾਹੁੰਦਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ, ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਰਾਖ ਲਿਓ ਨਾਨਕ ਜਨ ਤੁਮਰਾ, ਹੇ ਅਕਾਲ ਪੁਰਖ, ਹੇ ਵਾਹਿਗੁਰੂ, ਹੇ ਪਰਵਤਗਾਰ, ਤੇਰੇ ਆ ਤੂੰ ਰੱਖਣੀ। ਕਿਵੇਂ? ਜਿਉ ਪਿਤਾ ਪੂਤ ਕਿਰਪਾਲਾ। ਹੁਣ ਇਹ ਗੱਲਾਂ ਸਾਡੀ ਖਾਤਰਾ, ਹੁਣ ਇਹ ਨਿਰੰਕਾਰ ਨੂੰ ਥੋੜ੍ਹੀ ਦੱਸ ਰਹੇ ਪਾਤਸ਼ਾਹ। ਨਿਰੰਕਾਰ ਦੇ ਤਾਂ ਪਿਓ ਵੀ ਉਹਨੇ ਬਣਾਇਆ, ਪੁੱਤ ਵੀ ਉਹਨੇ ਬਣਾਇਆ, ਸ੍ਰਿਸ਼ਟੀ ਵੀ ਉਹਨੇ ਬਣਾਈ ਹੈ, ਗਾਹਾਂ ਦੱਸ ਹੀ ਦਿੱਤੀ, ਉਹਨੇ ਤਾਂ ਰੱਖ ਹੀ ਲੈਣਾ। ਇਹ ਸਾਡੀਆਂ ਸੈਟਿੰਗਾਂ ਕਰ ਰਹੇ ਆ ਕਿ ਜਿਹੜਾ ਪੜ੍ਹ ਰਿਹਾ, ਜਿਹੜਾ ਸੁਣ ਰਿਹਾ, ਉਹਨੂੰ ਇਹ ਭਾਵ ਜਾਗਣਾ ਹੈ, ਉਹਨੂੰ ਦੱਸਣਾ ਜ਼ਰੂਰੀ ਹੈ। ਜਿਵੇਂ ਤੇਰੀ ਜ਼ਿੰਦਗੀ 'ਚ ਐ ਹੁੰਦਾ ਨਾ, ਕਿਉਂਕਿ ਜਿਹੜਾ ਪੜ੍ਹ ਸੁਣ ਰਿਹਾ ਉਹ ਪਿਓ ਵੀ ਹੁੰਦਾ, ਅਤੇ ਉਹਨੂੰ ਪਤਾ ਲੱਗਦਾ ਵੀ ਹਾਂ ਬੱਚਾ ਇੱਕ ਟਾਈਮ ਕੋਈ ਗਲਤੀ ਵੀ ਕਰਦਾ ਤਾਂ ਮੈਨੂੰ ਫਿਰ ਵੀ ਕਿਵੇਂ ਉਹਨੂੰ ਮੈਂ ਸਾਂਭਦਾ, ਕਿਵੇਂ ਕਰਦਾ। ਰਾਖ ਲਿਓ ਨਾਨਕ ਜਨ ਤੁਮਰਾ, ਜੋ ਪਿਤਾ ਪੂਤ ਕਿਰਪਾਲਾ। ਕਿਰਪਾ ਕਰੋ ਹੇ ਮੇਰੇ ਮਾਲਕ, ਸਿਰ 'ਤੇ ਹੱਥ ਰੱਖਣਾ, ਸਤਿਗੁਰੂ ਕਿਰਪਾ ਕਰਨ ਆਪਾਂ ਇਹ ਸਾਂਝ ਪਾਉਂਦੇ ਰਹੀਏ। ਜੋ ਗੁਰੂ ਰਾਮਦਾਸ ਦੇ ਦਰ ਤੋਂ ਹੁਕਮਨਾਮਾ ਆਉਂਦਾ ਹੈ ਉਹਦੀ ਵਿਆਖਿਆ ਆਪਾਂ ਕਰਦੇ ਹਾਂ। ਜੋ ਦ੍ਰਿਸ਼ਟੀ ਆਪਾਂ ਨੂੰ ਬ੍ਰਹਮ ਦ੍ਰਿਸ਼ਟੀ ਮਾਈ ਦੇਸਾਂ ਨੇ ਬਖਸ਼ਿਸ਼ ਕੀਤੀ ਆ, ਮਾਤਾ ਜੀ ਨੂੰ ਪਾਤਸ਼ਾਹ ਕਿਰਪਾ ਕਰਕੇ ਗਏ ਆ, ਜੋ ਜੋ ਜਾਣਿਆ, ਜੋ ਜੋ ਉਹਨਾਂ ਦੀ ਰਹਿਮਤ ਸਦਕਾ ਮਿਲਿਆ ਹੈ, ਕੋਸ਼ਿਸ਼ ਕਰ ਰਹੇ ਹਾਂ ਕਿ ਸੌਖੇ ਤੋਂ ਸੌਖੇ ਤਰੀਕੇ ਨਾਲ, ਸੌਖੇ ਤੋਂ ਸੌਖੇ ਤਰੀਕੇ ਨਾਲ ਸਾਂਝ ਪਾਈਏ, ਤਾਂ ਕਿ ਹਰ ਇੱਕ ਨੂੰ ਸਮਝ ਲੱਗ ਸਕੇ ਕਿ ਮੈਂ ਸ਼ੁਰੂ ਜੇ ਕਿਵੇਂ ਕਰਾਂ। ਤੁਸੀਂ ਜਿੱਥੇ ਹੈਗੇ ਹੋ, ਜਿਵੇਂ ਹੈਗੇ ਹੋ, ਤੁਸੀਂ ਪ੍ਰਵਾਨ ਹੋ, ਉਹਦਾ ਰੂਪ ਹੋ। ਆਪ ਪਵਨ ਰੂਪ ਹੋ ਕੇ ਪਵਨ ਗੁਰੂ, ਜੇ ਤੁਸੀਂ ਬਹੁਤੇ ਕਿਸੇ ਦਿਨ ਮਾੜੇ ਹੋਵੋਗੇ ਨਾ, ਖੜਾ ਛੱਡ ਜੂ ਤੁਹਾਡਾ। ਜੇ ਇਹ ਵਗ ਰਿਹਾ ਨਾ, ਸਮਝ ਲਓ ਤੁਸੀਂ ਉਹਨੂੰ ਪ੍ਰਵਾਨ ਹੋ। ਲੋਕਾਂ ਦੇ ਹਿਸਾਬ ਨਾਲ ਤੁਸੀਂ ਪਤਿਤ ਹੋ ਸਕਦੇ ਹੋ, ਲੋਕਾਂ ਦੇ ਹਿਸਾਬ ਨਾਲ ਤੁਸੀਂ ਬਹੁਤ ਪਾਪੀ ਹੋ ਸਕਦੇ ਹੋ, ਪਰ ਉਹ ਪਤਿਤ ਪਾਵਨ ਆ ਜਿਹੜਾ ਪਿਤਾ, ਉਹਦੇ ਲਈ ਪਤਿਤ ਨਹੀਂ ਹੈਗੇ ਤੁਸੀਂ। ਉਹਨੇ ਤਾਂ ਤੁਹਾਨੂੰ ਹਿੱਕ ਨਾਲ ਹੀ ਲਾਉਣਾ, ਉਹਨੇ ਤੁਹਾਡਾ ਬੇੜਾ ਬੰਨੇ ਲਾਈ ਦੇਣਾ। ਆਪਣੀ ਸਾਂਝ ਤੇ ਆਪਣਾ ਸਿਧਮ ਸਿੱਧਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਸਿੱਖ ਕੇ ਕਰਤੇ ਪੁਰਖ ਨਾਲ ਸਿੱਧਾ ਰੱਖਣਾ, ਨਾ ਕਿ ਕਿਸੇ ਇੱਥੋਂ ਦੇ ਸੈਟਿੰਗਾਂ ਦੇ ਹਿਸਾਬ ਨਾਲ। ਇਹ ਜਿਹੜਾ ਸੰਸਾਰ ਚੱਲ ਰਿਹਾ ਇੱਥੇ, ਤਾਂ ਜੇ ਤੁਹਾਡੇ ਕੋਲੇ ਅਹੁਦਾ ਤਕੜਾ ਤਾਂ ਬਥੇਰਾ ਸਤਿਕਾਰ ਮਿਲ ਜਾਣਾ, ਤੁਹਾਡੇ ਕੋਲੇ ਪੈਸਾ ਕਮਾਇਆ ਵਾ ਹੈਗਾ, ਜਿਹੇ ਜਿਹੀ ਢੰਗ ਨਾਲ ਮਰਜ਼ੀ ਹੈ, ਇੱਥੇ ਤਾਂ ਸਤਿਕਾਰ ਤਾਂ ਵੀ ਮਿਲੀ ਜਾਂਦੇ ਆ। ਪਰ ਜਿਹੜੀ ਇੱਕ ਮਿਕਤਾ ਉਹਦੇ ਨਾਲ ਤਾਂ ਹੋਣੀ ਹੈ ਜੇ ਤੁਹਾਡਾ ਸਾਰਾ ਕੁਝ ਉਹਦੇ ਹਿਸਾਬ ਨਾਲ ਕਲੀਅਰ ਹੈ। ਉਹਦੇ ਅੱਗੇ ਅਰਦਾਸ ਕਰੀਏ, ਮਾਲਕ ਅੱਗੇ ਜੁੜੇ ਰਹੀਏ, ਆਪ ਵੀ ਜੁੜੀਏ, ਜਿੱਥੋਂ ਤੱਕ ਹੋ ਸਕੇ ਆਪਦੇ ਭੈਣ ਭਾਈਆਂ ਨੂੰ, ਦੋਸਤਾਂ ਮਿੱਤਰਾਂ ਨੂੰ ਵੀ ਦੱਸੀਏ, ਸਾਂਝ ਪਾਈਏ, ਤਾਂ ਕਿ ਜਿਵੇਂ ਜਿਵੇਂ ਸਾਡੇ ਅੰਦਰ ਦੀ ਸਮਝ ਵੱਧਦੀ ਹੈ, ਸਾਡਾ ਪਿਆਰ ਵਧੇ। ਜਿਹੜਾ ਪ੍ਰਚਾਰ ਨਫ਼ਰਤ 'ਚ ਬਦਲਦਾ, ਤੁਹਾਨੂੰ ਤੁਹਾਡੇ ਭਾਈਚਾਰੇ ਨਾਲ ਵੀ ਰਹਿਣ ਨਹੀਂ ਦਿੰਦਾ, ਤੁਹਾਡੇ ਭੈਣ ਭਰਾਵਾਂ ਨਾਲ ਰਹਿਣ ਨਹੀਂ ਦਿੰਦਾ, ਤੁਹਾਡੇ ਆਂਢੀਆਂ ਗਵਾਂਢੀਆਂ ਨਾਲ ਰਹਿਣ ਨਹੀਂ ਦਿੰਦਾ, ਜਿੱਥੇ ਤੁਸੀਂ ਵੱਸਦੇ ਹੋ ਸਮਾਜ ਦੇ ਵਿੱਚ ਆਤੰਕ ਪੈਦਾ ਕਰਦਾ, ਸਮਝ ਲਓ ਗੁਰੂ ਤੋਂ ਦੂਰ ਆ। ਨਾ ਜਿਹਦਾ ਮਰਜ਼ੀ ਵਰਤੀ ਜਾਂਦਾ ਹੋਵੇ, ਉਹ ਸਾਂਝੀ ਵਾਲਤਾ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਤੋਂ ਬੜੀ ਦੂਰ ਆ। ਅਤੇ ਜੋ ਵੀ ਵਾਪਰ ਰਿਹਾ, ਭਾਵੇਂ ਕਿਸੇ ਹੋਰ ਦਾ, ਭਾਵੇਂ ਸਾਡੇ ਨਾਲ, ਉਹਦੇ ਪਿੱਛੇ ਕਾਰਨਾਂ ਨੂੰ ਖੋਜਣ ਦੀ ਬਿਰਤੀ ਰੱਖੋ। ਸਾਰਾ ਕੁਛ ਚਿੱਟੇ ਦਿਨ ਵਾਂਗੂ ਸਾਹਮਣੇ ਆ ਜਾਂਦਾ ਕਿ ਆਹ ਗੱਲ ਇੱਥੋਂ ਇਸ ਤਰ੍ਹਾਂ ਕਰਕੇ ਹੋਈ ਆ ਅਤੇ ਹੋ ਰਹੀ ਆ। ਅਤੇ ਸਾਡੀ ਅਰਦਾਸ ਇਹੀ ਹੋਵੇ ਕਿ ਹੇ ਪਾਤਸ਼ਾਹ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਅਰਦਾਸ ਕਰਦੇ ਰਹੀਏ। ਉਹ ਪਰਮ ਸੱਤਾ ਜਿਹੜੀ, ਉਹਦਾ ਸਾਡੇ ਸਿਰ 'ਤੇ ਹੱਥ ਆ, ਉਹਦੇ ਹੁਕਮ 'ਚ ਇਹ ਪੰਥ ਸਾਜਿਆ ਅਤੇ ਉਹਦੇ ਹੁਕਮ 'ਚ ਹੀ ਅੱਗੇ ਵੱਧ ਰਿਹਾ।
ਤੇ ਉਹਦੇ ਹੁਕਮ 'ਚ ਹੀ ਵਧਣਾ ਹੈ। ਸਮਰਪਿਤ ਹੋ ਜਾਈਏ। ਆਓ ਗੱਜ ਕੇ ਫਤਿਹ ਬੁਲਾਓ। ਦਾਸ ਤੁਹਾਡਾ ਆਪਣਾ ਮਾਂ ਦੇਸਾ ਨੰਦਨ ਜਸਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।